ਸਤਿਗੁਰੂ ਸ਼੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਗ ਬੰਦ ਰਾਮਦਾਸ ਅਰਜਨ ਗੁਰੂ ਬਾਰ ਸ਼੍ਰੀ ਹਰਗੋਬਿੰਦ ਹਰਿ ਰਾਏ ਹਰਿ ਕ੍ਰਿਸ਼ਨ ਗੁਰ ਬਾਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸਤਿਗੁਰ ਮਮ ਬੇਰੀ ਕਟਹੁ ਨਿਜ ਬੇਰੀ ਪਰਚਾਰ ਸਤਿਗੁਰ ਮਮ ਬੇਰੀ ਕਟਹੁ ਨਿਜ ਬੇਰੀ ਪਰਚਾਰ ਇਹ ਬੇਰੀ ਹੋਏ ਭਵ ਸਫਲ ਬਿਨ ਬੇਰੀ ਕਰ ਪਾਰ ਇਹ ਬੇਰੀ ਹੋਏ ਭਵ ਸਫਲ ਬਿਨ ਬੇਰੀ ਕਰ ਪਾਰ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ ਏਕੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਵਿਨਾਸ਼ਨ ਸੋਏ। ਦੋਹਰਾ ਵਾਹਿਗੁਰੂ। बीत गई जब जामनी उठे भ्रात को पाए थाने ओ सोच स्नान को भय तैयार तब आए बीत गई जब जामनी। ਗਰੀਬ ਨਵਾਜ ਸੱਚੇ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜੀ ਦੇ ਸਰਗੁਣ ਸਵਰੂਪ ਆਪਣਿਆਂ ਦਾਸਾਂ ਸਿੱਖਾਂ ਸੇਵਕਾਂ ਦੀ ਲਾਜ ਰੱਖਣ ਵਾਲੇ ਸ਼ਰਨ ਪਿਆਂ ਦੀ ਲਾਜ ਰੱਖਣ ਵਾਲੇ ਸਦਾ ਹੀ ਦਿਆਲੂ ਸਦਾ ਹੀ ਕਿਰਪਾਲੂ ਸਦਾ ਹੀ ਮਿਹਰਬਾਨ ਸਦਾ ਹੀ ਦਾਤਾਰ ਸਤਿਗੁਰੂ ਸਮਰੱਥ ਗੁਰੂ ਪ੍ਰਤੱਖ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿੱਚ ਸੁਭਾਏਮਾਨ ਸਤਿਗੁਰੂ ਜੀ ਦੀ ਪਿਆਰੀ ਸਾਜੀ ਨਵਾਜੀ ਸੰਗਤ ਜੀ, ਸਤਿਗੁਰੂ ਜੀ ਨੇ ਆਪਾਂ ਸਾਰਿਆਂ ਉੱਤੇ ਕਿਰਪਾ ਕੀਤੀ ਹੈ। ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁੱਖ ਜਾਏ। ਸਤਿਗੁਰਾਂ ਦੇ ਦਰਸ਼ਨ ਕਰਨ ਦਾ, ਸੰਗਤ ਵਿੱਚ ਆਉਣ ਦਾ, ਹਾਜ਼ਰੀ ਭਰਨ ਦਾ, ਕੀਰਤਨ ਸੁਣਨ ਦਾ, ਕਥਾ ਸੁਣਨ ਦਾ ਰੱਬ ਦੀ ਮਿਹਰ ਨਾਲ ਸਾਨੂੰ ਮੌਕਾ ਮਿਲਿਆ ਹੈ। ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਵਿੱਤਰ ਬਾਣੀ ਦਾ ਕੀਰਤਨ ਭਾਈ ਕੁਲਵੰਤ ਸਿੰਘ ਜੀ ਆਪ ਜੀ ਨੂੰ ਸਰਵਣ ਕਰਾ ਰਹੇ ਸਨ। ਧਨਾਸਰੀ ਮਹੱਲਾ ਪੰਜਵਾਂ। ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸੰਭਾਲੇ ਹਾਥ ਦੇ ਰਾਖੈ ਆਪਣੇ ਕੋ ਸਾਸ ਸਾਸ ਪ੍ਰਤਪਾਲੇ ਪ੍ਰਭ ਸਿਉ ਲਾਗ ਰਹਿਓ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਧਨ ਹਮਾਰਾ ਮੀਤ ਰਹਾਓ ਮਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਬਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ। ਗੁਰਬਾਣੀ ਮਹਾਰਸ ਹੈ, ਗੁਰਬਾਣੀ ਅੰਮ੍ਰਿਤ ਰਸ ਹੈ। ਇਹਨੂੰ ਜੀਭ ਨਾਲ ਪੜ੍ਹਨਾ ਹੈ ਅਤੇ ਕੰਨਾਂ ਨਾਲ ਸੁਣਨਾ ਹੈ। ਇਹ ਅੰਮ੍ਰਿਤ ਜਿਹੜਾ ਹੈ ਇਸ ਤਰੀਕੇ ਨਾਲ ਸਾਡੇ ਅੰਦਰ ਜਾਂਦਾ ਹੈ ਜੀ।
ਕੋਈ ਵੀ ਪਦਾਰਥ ਅਸੀਂ ਛਕਦੇ ਹਾਂ ਸੰਗਤ ਦੀ, ਉਹ ਜੀਭ ਨਾਲ ਛਕਦੇ ਹਾਂ ਜੀ, ਜੀਭ ਨਾਲ ਛਕਦੇ ਹਾਂ, ਉਹ ਜੀਭ ਨਾਲ ਅੰਦਰ ਜਾਂਦਾ ਹੈ ਜੀ। ਗੁਰਬਾਣੀ ਜਿਹੜੀ ਹੈ ਉਹ ਜੀਭ ਨਾਲ, ਕੰਨਾਂ ਨਾਲ, ਅੱਖਾਂ ਨਾਲ, ਹੱਥਾਂ ਦੇ ਪੋਟਿਆਂ ਨਾਲ ਵੀ ਸਾਡੇ ਅੰਦਰ ਜਾਂਦੀ ਹੈ ਜੀ। ਅੱਖਾਂ ਨਾਲ ਦਰਸ਼ਨ ਕੀਤਿਆਂ ਗੁਰਬਾਣੀ ਦਾ ਰਸ ਅੰਦਰ ਜਾਂਦਾ ਹੈ। ਫਿਰ ਦੋ ਪ੍ਰਮੁੱਖ ਸਾਧਨ ਨੇ, ਇੱਕ ਜੀਭ, ਇੱਕ ਕੰਨ। ਪਿਆਰ ਨਾਲ ਪੜ੍ਹਨਾ ਅਤੇ ਜੋ ਪੜ੍ਹ ਰਹੇ ਆ ਉਹਨਾਂ ਨੂੰ ਪਿਆਰ ਨਾਲ ਸੁਣਨਾ ਜੀ। ਸਭ ਤੋਂ ਵੱਡਾ ਸਰੋਤਾ ਬੰਦਾ ਆਪਣੇ ਆਪ ਦਾ ਬਣੇ ਜੀ, ਉਹਨੂੰ ਪਿਆਰ ਨਾਲ ਸੁਣਨਾ। ਫਿਰ ਕੀ ਹੈ, ਫਿਰ ਗੁਰਬਾਣੀ ਦਾ ਅੰਮ੍ਰਿਤ ਰਸ ਜਿਹੜਾ ਹੈ ਉਹ ਸਾਡੇ ਅੰਦਰ ਜਾਂਦਾ ਸਾਧ ਸੰਗਤ ਜੀ। ਸੋ ਆਪ ਜੀ ਬੜੇ ਹੀ ਪਿਆਰ ਨਾਲ ਗੁਰਬਾਣੀ ਜੀ ਦਾ ਕੀਰਤਨ ਸਰਵਣ ਕਰ ਰਹੇ ਸੀਗੇ। ਹੁਣ ਲੜੀਵਾਰ ਕਥਾ ਵਿੱਚ ਸੁਰਤੀਆਂ ਜੋੜੋ। ਸਾਰੀ ਸੰਗਤ ਪਿਆਰ ਨਾਲ ਗੱਜ ਕੇ ਕਹੋ, ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇਹਰਾਦੂਨ ਤੋਂ ਚੱਲ ਕੇ ਪਾਉਂਟਾ ਸਾਹਿਬ ਆ ਕੇ ਵਸ ਗਏ ਜੀ। ਮਹਾਰਾਜ ਜੀ ਨੇ ਪਾਉਂਟਾ ਸਾਹਿਬ ਜਮਨਾ ਦੇ ਕੰਢੇ ਉੱਤੇ ਬੈਠ ਕੇ ਬਾਣੀ ਵੀ ਰਚਣੀ ਜੀ। ਇਕਾਂਤ ਵਿੱਚ ਬੈਠ ਕੇ ਮਹਾਰਾਜ ਬਾਣੀ ਰਚਦੇ ਅਤੇ ਨਾਲ ਇੱਕ ਸਿੱਖ ਨੂੰ ਲਿਖਾਰੀ ਲਾਉਂਦੇ ਜੀ। ਇੱਕ ਸਤਿਗੁਰੂ ਜੀ, ਇੱਕ ਉਹਨੂੰ ਲਿਖਣ ਵਾਲਾ ਸਿੱਖ ਜੀ, ਬਾਣੀ ਨੂੰ ਲਿਖਣ ਵਾਲਾ। ਤੀਜਾ ਬੰਦਾ ਨਹੀਂ ਸੀ ਕੋਈ ਹੁੰਦਾ ਲਾਗੇ ਜੀ। ਮਹਾਰਾਜ ਜੀ ਬਾਣੀ ਨੂੰ ਰਚਦੇ। ਮਹਾਰਾਜ ਜੀ ਦੀ ਬਾਣੀ ਜਿਹੜੀ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਇਕੱਲੀ ਜੁੱਧਾਂ ਵਾਲੀ ਨਹੀਂ ਹੈਗੀ, ਨਾਮ ਜਪਣ ਵਾਲੀ ਵੀ ਹੈਗੀ ਸੱਚੇ ਪਾਤਸ਼ਾਹ ਜੀ ਦੀ ਬਾਣੀ। ਇੱਕ ਬਾਣੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਦੀ ਪੰਕਤੀ ਸੁਣ ਲਓ। ਤਾਸ ਕਿਉ ਨਾ ਪਛਾਨਹੀ, ਜੇ ਹੋਏ ਹੈ ਅਬ ਹੈ। ਆਖੋ ਸ੍ਰੀ ਤਾਸ ਕਿਉ ਨਾ ਪਛਾਨਹੀ, ਜੇ ਹੋਏ ਹੈ ਅਬ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਬੰਦਿਆ ਦੁਨੀਆ ਦੀ ਤੇ ਤੂੰ ਬੜੀ ਪਛਾਣ ਰੱਖੀ ਹੈ, ਰੱਬ ਨੂੰ ਕਿਉਂ ਨਹੀਂ ਪਛਾਣਦਾ? ਜਿਹੜਾ ਪਹਿਲਾਂ ਵੀ ਸੀ, ਹੋਏ ਹੈ, ਪਹਿਲਾਂ ਵੀ ਸੀ, ਹੋਇਆ, ਹੁਣ ਹੈ ਤੇ ਅੱਗੇ ਵੀ ਰਹੇਗਾ ਜੀ। ਜੋ ਜਾਪ ਹੈ ਕਲ ਨਾਮ, ਤਿਸ ਪੂਰਨ ਹੋਏ ਹੈ ਕਾਮ। ਇਹ ਵੀ ਸ੍ਰੀ ਦਸਮ ਗ੍ਰੰਥ ਜੀ ਦੀ ਬਾਣੀ 'ਚ। ਜੋ ਜਾਪ ਹੈ ਕਲ ਨਾਮ, ਇਹ ਕਲਯੁਗ ਦਾ ਸਮਾਂ ਜੀ, ਕਲਯੁਗ ਦਾ ਜੀ। ਇਸ ਕਲਯੁਗ ਦੇ ਸਮੇਂ ਵਿੱਚ ਜਿਹੜਾ ਵਾਹਿਗੁਰੂ ਦਾ ਨਾਮ ਜਪੇਗਾ, ਪ੍ਰੇਮ ਨਾਲ ਸਾਰੇ ਕਹੋ ਸ੍ਰੀ ਵਾਹਿਗੁਰੂ, ਸ੍ਰੀ ਵਾਹਿਗੁਰੂ। ਮਹਾਰਾਜ ਕਹਿੰਦੇ ਜਿਹੜਾ ਪ੍ਰੇਮ ਨਾਲ ਨਾਮ ਜਪੇਗਾ ਤਿਸ ਪੂਰਨ ਹੋਏ ਹੈ ਕਾਮ, ਉਹਦੇ ਸਾਰੇ ਕੰਮ ਪੂਰੇ ਹੋਣਗੇ ਜੀ। ਇਸ ਤਰ੍ਹਾਂ ਬੜੀ ਬਾਣੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਹੈ, ਜਿਹੜੀ ਨਾਮ ਜਪਣ ਦੀ ਪ੍ਰੇਰਨਾ ਦਿੰਦੀ ਬੰਦੇ ਨੂੰ ਜੀ। ਇੱਕ ਥਾਂ ਤੇ ਮਹਾਰਾਜ ਕਹਿੰਦੇ, ਕਹੀ ਮਾਨ ਮੇਰੀ ਬਣੀ ਬਾਤ ਤੇਰੀ। ਕਹਿੰਦੇ ਤੂੰ ਮੇਰੀ ਗੱਲ ਮੰਨ ਲਾ, ਤੇਰੀ ਗੱਲ ਆਪੇ ਬਣ ਜਾਏਗੀ ਜੀ। ਤੂੰ ਮੇਰੀ ਮੰਨ, ਤੇਰੀ ਆਪੇ ਬਣ ਜਾਏਗੀ ਜੀ। ਕਹੀ ਮਾਨ ਮੇਰੀ ਬਨੇ ਬਾਤ ਤੇਰੀ। ਬੜੀ ਸਰਲ ਬਾਣੀ 'ਚ ਦਸਮ ਗ੍ਰੰਥ ਸਾਹਿਬ ਜੀ ਦੀ, ਜੇ ਕੋਈ ਪਿਆਰ ਨਾਲ ਪੜ੍ਹੇ ਸੁਣੇ, ਬਹੁਤ ਗੱਲਾਂ ਦੇ ਅਰਥ ਕਰਨ ਦੀ ਵੀ ਲੋੜ ਨਹੀਂ ਰਹਿੰਦੀ ਸਾਧ ਸੰਗਤ ਜੀ, ਅਰਥ ਕਰਨ ਦੀ ਵੀ ਲੋੜ ਨਹੀਂ ਰਹਿੰਦੀ। ਰਹੋ ਵਿਚਾਰ। ਸੱਚੇ ਪਾਤਸ਼ਾਹ ਗਰੀਬ ਨਵਾਜ ਮਹਾਰਾਜ ਜੀ ਨੇ ਪਾਉਂਟਾ ਸਾਹਿਬ ਦੀ ਧਰਤੀ 'ਤੇ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਬਹੁਤ ਸਾਰੀ ਬਾਣੀ ਉਚਾਰਨ ਕੀਤੀ ਜੀ। ਗਰੀਬ ਨਵਾਜ ਮਹਾਰਾਜ ਇੱਕ ਦਿਨ ਬਾਗ ਵਿੱਚ ਬੈਠੇ ਨੇ, ਤੁਸੀਂ ਕੱਲ ਕਥਾ ਵਿੱਚ ਸੁਣਿਆ। ਸਤਿਗੁਰੂ ਜੀ ਬਾਗ ਵਿੱਚ ਬੈਠੇ ਤੇ ਸ਼੍ਰੀਨਗਰ ਦਾ ਰਾਜਾ, ਕੱਲ ਮੇਰੇ ਮੁਖੋਂ ਗੜਵਾਲ ਦਾ ਨਿਕਲ ਗਿਆ ਸੀ, ਸ਼੍ਰੀਨਗਰ ਦਾ ਰਾਜਾ ਫਤਿਹ ਸ਼ਾਹ ਜੀ। ਆਖੋ ਸ੍ਰੀ ਵਾਹਿਗੁਰੂ। ਫਤਿਹ ਸ਼ਾਹ ਰਾਜੇ ਦੀ ਧੀ ਦੇ ਵਿਆਹ ਦਾ ਸਮਾਂ ਆ ਗਿਆ ਜੀ। ਉਹਨੇ ਬਹੁਤ ਸਾਰੀਆਂ ਵਹਿੰਗੀਆਂ, ਮਠਿਆਈਆਂ ਦੀਆਂ ਭਰੀਆਂ, ਗੰਢ ਪੁੰਗ ਜਿਹਨੂੰ ਕਹਿੰਦੇ ਆ, ਅਤੇ ਫਲਾਂ ਦੀਆਂ ਭਰੀਆਂ ਭਿਜਵਾਈਆਂ। ਅਤੇ ਉਸ ਫਤਿਹ ਸ਼ਾਹ ਦੇ ਬੰਦੇ ਆ ਕੇ ਸਤਿਗੁਰੂ ਜੀ ਨੂੰ ਨਮਸਕਾਰ ਕਰਨ ਲੱਗੇ। ਮਹਾਰਾਜ ਕਹਿੰਦੇ ਆਓ ਭਾਈ ਬੈਠੋ। ਕਹਿੰਦੇ ਮਹਾਰਾਜ
ਸਾਨੂੰ ਰਾਜੇ ਫਤਿਹ ਸ਼ਾਹ ਨੇ ਭੇਜਿਆ। ਰਾਜੇ ਫਤਿਹ ਸ਼ਾਹ ਦੀ ਬੱਚੀ ਦਾ ਵਿਆਹ ਇੰਨੀ ਤਰੀਕ ਨੂੰ ਹੈ ਤੇ ਰਾਜੇ ਫਤਿਹ ਸ਼ਾਹ ਵੱਲੋਂ ਆਪ ਜੀ ਦੇ ਚਰਨਾਂ ਵਿੱਚ ਦੋਵੇਂ ਹੱਥ ਜੋੜ ਕੇ ਬੇਨਤੀ ਹੈ ਕਿ ਮਹਾਰਾਜ ਤੁਹਾਡੇ ਆਇਆਂ ਫਤਿਹ ਸ਼ਾਹ ਦੀ ਸ਼ਾਨ ਵੱਧ ਜਾਏਗੀ, ਰਾਜੇ ਦੀ ਸ਼ਾਨ ਵਧੇਗੀ, ਤੁਸੀਂ ਕਿਰਪਾ ਕਰਿਓ ਤੇ ਵਿਆਹ ਵਿੱਚ ਜ਼ਰੂਰ ਦਰਸ਼ਨ ਬਖਸ਼ਿਓ ਜੀ। ਕੱਲ ਵੀ ਬੇਨਤੀ ਕੀਤੀ ਸੀ, ਅੱਜ ਫਿਰ ਕਰ ਦੇਣਾ। ਜੇ ਕਿਸੇ ਦੇ ਬੱਚੇ ਦੇ ਵਿਆਹ ਵਿੱਚ ਗੁਰੂ ਗੋਬਿੰਦ ਸਿੰਘ ਜੀ ਆਉਣ ਤੇ ਸ਼ਾਨ ਵਧੇਗੀ ਕਿ ਨਹੀਂ ਵਧੇਗੀ ਜੀ? ਸ਼ਾਨ ਤੇ ਬੜੀ ਵਧਣੀ ਜੀ। ਸ਼ਾਨ ਤੇ ਹੁਣ ਵੀ ਵੱਧਦੀ ਹੈ, ਪਰ ਸਾਨੂੰ ਸਮਝ ਨਹੀਂ ਹੁੰਦੀ, ਅਸੀਂ ਉਦੋਂ ਰਿਸ਼ਤੇਦਾਰਾਂ ਵਿੱਚ ਲੱਗੇ ਹੁੰਦੇ ਆ ਜੀ। ਹਾਂਜੀ, ਸ਼ਾਨ ਤੇ ਹੁਣ ਵੀ ਬੜੀ ਵੱਧਦੀ ਜੇ। ਸਾਡੇ ਬੱਚੀਆਂ ਦਾ ਵਿਆਹ ਸਮਰੱਥ ਗੁਰੂ, ਪ੍ਰਤੱਖ ਗੁਰੂ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਹਾਜ਼ਰੀ ਤੋਂ ਬਗੈਰ ਨਹੀਂ ਹੁੰਦਾ ਜੀ। ਪਰ ਉਸ ਬੰਨੇ ਧਿਆਨ ਨਹੀਂ ਹੁੰਦਾ ਜੀ। ਹਾਂਜੀ, ਉਦੋਂ ਤੇ ਫਲਾਣਾ ਆ ਗਿਆ ਜੀ, ਢੀਂਗੜਾ ਆ ਗਿਆ ਜੀ, ਉਹਨਾਂ ਵੱਲ ਜ਼ਿਆਦਾ ਧਿਆਨ, ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਕਈ ਵਾਰੀ ਬੰਦਾ ਪਹੁੰਚਦਾ ਹੀ ਨਹੀਂ ਜੀ। ਹਾਂਜੀ, ਉਹ ਕੁੜੀ ਮੁੰਡੇ ਨੂੰ ਕਿਹੜੀ ਇੰਨੀ ਅਕਲ ਹੁੰਦੀ ਜੀ, ਉਹ ਵੀ ਨਹੀਂ ਪਹੁੰਚਦੇ ਜੀ। ਉਹ ਵੀ ਹੁੰਦਾ ਵੀ ਬਾਹਰੋਂ ਬਾਹਰ ਹੀ ਸਰਦੇ। ਸ਼ਾਨ ਤੇ ਮਹਾਰਾਜ ਹੁਣ ਵੀ ਬਣਾਉਂਦੇ ਆ, ਪਰ ਸਾਨੂੰ ਸੋਝੀ ਨਾ ਆਉਣ ਕਰਕੇ ਸਾਨੂੰ ਪਤਾ ਨਹੀਂ ਲੱਗਦਾ। ਸਾਧ ਸੰਗਤ ਜੀ ਕਹਿੰਦੇ ਮਹਾਰਾਜ ਕਿਰਪਾ ਕਰੋ, ਤੁਸੀਂ ਵਿਆਹ ਵਿੱਚ ਆਓ। ਜਦੋਂ ਆਪ ਜੀ ਵਿਆਹ ਵਿੱਚ ਆਓਗੇ ਬੜੀ ਸ਼ਾਨ ਬਣੇਗੀ। ਗੁਰੂ ਸਾਹਿਬ ਕਹਿੰਦੇ ਹੁਣ ਤੁਸੀਂ ਚੱਲੋ, ਕੱਲ ਦਿਨੇ ਆਇਓ। ਉਹਨਾਂ ਨੂੰ ਭੋਜਨ ਪ੍ਰਸ਼ਾਦ ਛਕਾਇਆ, ਆਰਾਮ ਕਰਾਇਆ। ਉਹ ਅਗਲੇ ਦਿਨ ਆਏ ਜੀ। ਅੰਮ੍ਰਿਤ ਵੇਲੇ ਦੀਵਾਨ ਸੱਜਿਆ। ਮਹਾਰਾਜ ਫਤਿਹ ਸ਼ਾਹ ਦੇ ਬੰਦਿਆਂ ਨੂੰ ਕਹਿਣ ਲੱਗੇ ਵੀ ਫਤਿਹ ਸ਼ਾਹ ਸਾਡੇ ਨਾਲ ਬੜਾ ਪਿਆਰ ਕਰਦਾ, ਪਰ ਉਹਨੂੰ ਇਹ ਕਹਿ ਦਿਓ ਵੀ ਵਿਆਹ ਵਿੱਚ 22 ਧਾਰ ਦੇ ਰਾਜੇ ਇਕੱਠੇ ਹੋਣੇ ਆ, ਸਾਡੇ ਨਾਲ ਵੀ ਬੜੀ ਫੌਜ ਹੋਣੀ ਹੈ, ਉਹਨੂੰ ਖੇਚਲ ਪਏਗੀ। ਦੂਜਾ, ਰਾਜਿਆਂ ਨਾਲ ਸਾਡਾ ਵਿਰੋਧ ਹੈਗਾ, ਇਹ ਨਾ ਹੋਵੇ ਉੱਥੇ ਨਿੱਕੀ ਜਿਹੀ ਗੱਲ ਤੋਂ ਜੰਗ ਸ਼ੁਰੂ ਹੋ ਜੇ ਤੇ ਵਿਆਹ ਦਾ ਮਾਹੌਲ ਹੀ ਹੋਰ ਬਣ ਜਾਵੇ। ਇਸ ਕਰਕੇ ਅਸੀਂ ਤੇ ਨਹੀਂ ਆਵਾਂਗੇ, ਪਰ ਸਾਡਾ ਦੀਵਾਨ ਆਏਗਾ, ਭਾਈ ਆਨੰਦ ਚੰਦ ਆਏਗਾ, ਉਹ ਸਾਡੇ ਵੱਲੋਂ ਫੌਜ ਲੈ ਕੇ ਆਏਗਾ, ਹਾਜ਼ਰੀ ਭਰੇਗਾ ਜੀ। ਖੇਡ ਵੇਖੋ ਕਿ ਮਸਲਾ ਕਿੰਨਾ ਕ੍ਰਿਟੀਕਲ ਬਣ ਗਿਆ ਜੀ। ਫਤਿਹ ਸ਼ਾਹ ਮਹਾਰਾਜ ਦਾ ਸਿੱਖ ਬਣ ਗਿਆ, ਤੇ ਫਤਿਹ ਸ਼ਾਹ ਦਾ ਕੁੜਮ ਜਿਹੜਾ ਜੀ, ਜਿਹਦੇ ਪੁੱਤ ਨਾਲ ਉਹਦੀ ਬੱਚੀ ਦਾ ਵਿਆਹ ਹੋਣਾ, ਭੀਮ ਚੰਦ, ਉਹਦਾ ਮਾਰਨਾ ਇੱਟ ਖੜੀਕਾ ਪੱਕਾ ਹੀ ਹੈ ਜੀ। ਉਹ ਬੜਾ ਵੱਡਾ ਵਿਰੋਧੀ ਸੱਚੇ ਪਾਤਸ਼ਾਹ ਜੀ ਦਾ ਜੀ। ਮਹਾਰਾਜ ਵੀ ਇਸ ਗੱਲ ਨੂੰ ਜਾਣਦੇ, ਤੇ ਪਤਾ ਫਤਿਹ ਸ਼ਾਹ ਨੂੰ ਵੀ ਹੈ ਜੀ। ਪਰ ਫਤਿਹ ਸ਼ਾਹ ਫਿਰ ਵੀ ਗੁਰੂ ਸਾਹਿਬ ਨੂੰ ਸੱਦ ਰਿਹਾ ਜੀ। ਬੰਦੇ ਚਲੇ ਗਏ। ਫਤਿਹ ਸ਼ਾਹ ਨੂੰ ਪਤਾ ਲੱਗਾ ਗੁਰੂ ਜੀ ਨਹੀਂ, ਗੁਰੂ ਜੀ ਦੀ ਫੌਜ ਆਏਗੀ। ਫਤਿਹ ਸ਼ਾਹ ਖੁਸ਼ ਹੋ ਗਿਆ ਜੀ। ਅੱਗੋਂ ਤੁਸੀਂ ਸੁਣਿਆ, ਮਹਾਰਾਜ ਨੇ ਸੋਚਿਆ ਵੀ ਹੁਣ 22 ਧਾਰ ਦੇ ਰਾਜੇ ਇਕੱਠੇ ਹੋਣੇ ਜੀ, 22 ਰਾਜੇ ਇਕੱਠੇ ਹੋਣੇ, ਤੇ ਫਤਿਹ ਸ਼ਾਹ ਸਾਡਾ ਸਿੱਖ ਹੈ, ਉਹਦੀ ਧੀ ਦਾ ਵਿਆਹ ਹੈ, ਤੇ ਦੁਨੀਆਦਾਰਾਂ ਦੀ ਮਰਿਆਦਾ ਹੈ ਕਿ ਜਦੋਂ ਕਿਸੇ ਦੀ ਧੀ ਦਾ ਵਿਆਹ ਹੋਵੇ ਉਹਨੂੰ ਕੁਝ ਦੇਣਾ ਚਾਹੀਦਾ ਜੀ, ਮਦਦ ਕਰਨੀ ਚਾਹੀਦੀ। ਆਖੋ ਸ੍ਰੀ ਵਾਹਿਗੁਰੂ। ਹੁਣ ਇਹ ਕਲਚਰ ਮੁੱਕ ਗਿਆ ਜੀ। ਹੁਣ ਨਹੀਂ ਕੋਈ ਕਿਸੇ ਦੀ ਮਦਦ ਕਰਕੇ ਖੁਸ਼ ਨਹੀਂ। ਪਹਿਲੇ ਸਮੇਂ ਜਦੋਂ ਕਿਸੇ ਦੀ ਧੀ ਦਾ ਵਿਆਹ ਹੋਣਾ, ਸਾਰਿਆਂ ਨੇ ਰਲ ਕੇ ਮਦਦ ਕਰਨੀ, ਤੇ ਧੀ ਦਾ ਵਿਆਹ ਬੜਾ ਸੌਖਾ ਹੋ ਜਾਂਦਾ ਸੀਗਾ। ਸਾਧ ਸੰਗਤ ਜੀ, ਮਹਾਰਾਜ ਨੇ ਫਿਰ ਨਾ ਜੀ ਸੋਨੇ ਦੇ ਗਹਿਣੇ ਬਣਵਾਏ ਉਹਦੀ ਬੱਚੀ ਵਾਸਤੇ ਜੀ, ਬੜੇ ਕੀਮਤੀ ਬਸਤਰ ਜਿਨ੍ਹਾਂ ਨੂੰ ਗੋਟੇ ਲਵਾਏ ਸੱਚੇ ਪਾਤਸ਼ਾਹ ਨੇ। ਫਤਿਹ ਸ਼ਾਹ ਦੇ ਸਾਰੇ ਪਰਿਵਾਰ ਦੇ ਕੱਪੜੇ ਬਣਵਾਏ ਸੱਚੇ ਪਾਤਸ਼ਾਹ ਜੀ ਨੇ। 2 ਵੱਡੇ ਵੱਡੇ ਥਾਲ ਮਾਇਆ ਦੇ ਭਰ ਕੇ ਸੱਚੇ ਪਾਤਸ਼ਾਹ ਨੇ ਬਣਵਾਏ। ਉਸ ਜ਼ਮਾਨੇ ਵਿੱਚ ਜੀ, ਜਦੋਂ 1 ਰੁਪਈਆ ਕਿਸੇ ਦੀ ਜੇਬ 'ਚ ਨਹੀਂ ਸੀ ਹੁੰਦਾ, ਉਸ ਜ਼ਮਾਨੇ ਵਿੱਚ 1.25 ਲੱਖ ਰੁਪਏ ਦਾ ਤੰਬੋਲ ਗੁਰੂ ਜੀ ਨੇ ਬਣਵਾਇਆ ਜੀ, ਉਹਦੀ ਧੀ ਨੂੰ ਦਾਜ ਵਿੱਚ ਦੇਣ ਵਾਸਤੇ ਜੀ। ਹਾਂਜੀ, ਉਦੋਂ ਤੇ 1 ਰੁਪਈਆ ਨਹੀਂ ਕਿਸੇ ਦੀ ਜੇਬ 'ਚ ਹੁੰਦਾ ਜੀ। ਰਾਜੇ ਮਹਾਰਾਜਿਆਂ ਕੋਲ ਮਾਇਆ ਹੁੰਦੀ ਸੀ, ਆਮ ਪਬਲਿਕ ਕੋਲ ਨਹੀਂ ਸੀ ਹੁੰਦੀ। 1.25 ਲੱਖ ਰੁਪਏ ਦਾ ਤੰਬੋਲ ਬਣਵਾਇਆ ਮਹਾਰਾਜ ਨੇ।
ਨੰਦ ਚੰਦ ਜੀ ਨੂੰ ਤੇ ਦਇਆ ਰਾਮ ਜੀ ਨੂੰ ਕਿਹਾ ਵੀ ਜਾਓ ਲੈ ਕੇ ਚੱਲੋ, ਤੇ ਜਦੋਂ 22 ਧਾਰ ਦੇ ਰਾਜੇ ਬੈਠੇ ਹੋਣਗੇ ਨਾ ਉਦੋਂ ਸ਼ਗਨ ਦੇਣਾ ਸਾਡੇ ਵੱਲੋਂ ਜੀ। ਵੱਡਿਆਂ ਦੇ ਸ਼ਗਨ ਵੀ ਵੱਡੇ ਹੁੰਦੇ ਨਾ ਜੀ। ਆਖੋ ਵਾਹਿਗੁਰੂ। ਅਸੀਂ 150 ਰੁਪਈਆ ਸ਼ਗਨ ਦੇ ਦਿਆਂਗੇ, ਹਾਂਜੀ, ਉਹਦੇ 'ਚ ਵੀ ਕਈ ਵਾਰੀ ਬੰਦਾ ਆਨਾਕਾਨੀ ਜੀ ਕਰਦਾ ਜੀ। ਪਹਿਲੇ ਸਮੇਂ ਨਾ ਸ਼ਗਨ ਲਿਖਿਆ ਜਾਂਦਾ ਹੁੰਦਾ ਸੀਗਾ ਜੀ, ਕੌਣ ਕਿੰਨਾ ਦਿੰਦਾ ਜੀ, ਉਹ ਨੋਟ ਹੁੰਦਾ ਸੀਗਾ ਸਾਰੀ ਗੱਲ ਜੀ। ਇੱਕ ਬੀਬੀ ਭੋਲੀ ਸੀਗੀ ਤੇ ਨਾਲ ਦੀ ਬੜੀ ਚੰਟ ਸੀਗੀ ਜੀ, ਹਾਂਜੀ, ਤੇ ਉਹ ਕਹਿਣ ਲੱਗੀ ਭੈਣ ਬਹਿ ਜਾ, ਤੂੰ ਫੜਾ ਮੈਨੂੰ ਸ਼ਗਨ, ਮੈਂ ਤੇਰਾ ਨਾਮ ਲਿਖਾ ਆਉਣੀ ਆ, ਮੈਂ ਨਾਲੇ ਸ਼ਗਨ ਦੇ ਆਉਣੀ ਆ ਨਾਲੇ ਤੇਰਾ ਨਾਮ ਲਿਖਾ ਆਉਣੀ ਆ। ਉਹਨੇ 20 ਰੁਪਈਏ ਫੜਾਏ ਵੀ ਜਾ ਫਿਰ ਦੇ ਆ, ਤੇ ਉਹ ਬੜੀ ਚੰਟ ਸੀ ਜੀ, ਉਹਨੇ ਰੁਪਈਆ ਕੋਲੋਂ ਰਲਾਇਆ ਜੀ। ਕਹਿੰਦੀ ਲਓ ਮੇਰਾ ਤੇ ਭੋਲੀ ਦੇ 21 ਰੁਪਈਏ ਸਾਂਝੇ ਹੀ ਲਿਖ ਲਓ ਜੀ, ਹਾਂਜੀ, ਚੰਟ ਚਲਾਕ। ਤੇ ਸ਼ਗਨ ਲੋਕ ਉਦੋਂ ਲਿਖਾਉਂਦੇ ਸੀ ਜਦੋਂ ਸਾਰੇ ਬੈਠੇ ਹੁੰਦੇ ਸੀਗੇ ਜੀ। ਮਹਾਰਾਜ ਕਹਿਣ ਲੱਗੇ ਜਦੋਂ ਸਾਰੇ ਰਾਜੇ ਬੈਠੇ ਹੋਣਗੇ ਨਾ ਸਾਡੇ ਵੱਲੋਂ ਸ਼ਗਨ ਲਿਖਾਉਣਾ ਜੇ, ਸਾਡੇ ਵੱਲੋਂ। ਨੰਦ ਚੰਦ ਤੇ ਦਇਆ ਰਾਮ ਜੀ ਸੱਚੇ ਪਾਤਸ਼ਾਹ ਜੀ ਨੂੰ ਇਹ ਗੱਲ ਸੁਣ ਕੇ ਤੇ ਆਪਣੇ ਮਨ 'ਚ ਸੋਚਣ ਲੱਗੇ ਵੀ ਉੱਥੇ ਤੇ 22 ਧਾਰ ਦੇ ਰਾਜੇ ਆਉਣੇ ਆ, ਉਹਨਾਂ ਸਾਨੂੰ ਵਾਪਸ ਕਿੱਥੋਂ ਆਉਣ ਦੇਣਾ, ਸਾਡਾ ਤੇ ਜੰਗ ਹੋ ਜਾਣਾ ਉੱਥੇ। ਉਹ ਸੋਚ ਹੀ ਰਹੇ ਸੀ ਤੇ ਮੇਰੇ ਸਤਿਗੁਰੂ ਕਲਗੀਧਰ ਕਹਿਣ ਲੱਗੇ ਕੀ ਸੋਚਦੇ ਹੋ, ਜਿਵੇਂ ਤੁਹਾਨੂੰ ਭੇਜ ਰਹੇ ਆ ਨਾ ਉਵੇਂ ਤੁਹਾਨੂੰ ਵਾਪਸ ਵੀ ਲੈ ਕੇ ਆਵਾਂਗੇ, ਤੁਹਾਡੇ ਨਾਲ ਜਾਵਾਂਗੇ। ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਕੱਲ ਤੁਸੀਂ ਡਿਟੇਲ 'ਚ ਸੁਣੇ ਸੀ। ਇਹ ਗੱਲਾਂ ਜਿੰਨੀ ਵਾਰੀ ਸੁਣੀ ਜਾਈਏ ਉਨੀ ਵਾਰੀ ਨਵੀਆਂ ਨੇ, ਉਨੀ ਵਾਰੀ ਸਿੱਖਿਆ ਮਿਲਦੀ ਹੈ। ਮਹਾਰਾਜ ਕਹਿਣ ਲੱਗੇ ਜੋ ਸਿੱਖ ਮੇਰੋ ਰਹਿ ਅਲੰਭ, ਕਰੈ ਮਿਟਾਵਨ ਸਗਲ ਕਤੰਬ। ਜਿਹੜਾ ਸਿੱਖ ਮੇਰੇ ਆਸਰੇ ਰਹਿੰਦਾ, ਭਾਵ ਗੁਰੂ ਦੇ ਆਸਰੇ ਰਹਿੰਦਾ, ਉਹਦੇ ਮੈਂ ਸਾਰੇ ਵਿਘਨ ਦੂਰ ਕਰ ਦੇਣਾ, ਸਾਰੇ ਕੰਮ ਸਵਾਰ ਦੇਣਾ। ਜਿਹੜਾ ਸਾਡੇ ਤੇ ਭਰੋਸਾ ਰੱਖਦਾ, ਮਹਾਰਾਜ ਕਹਿਣ ਲੱਗੇ ਉਹਦੇ ਨੇੜੇ ਪਾਪ ਨਹੀਂ ਆਉਣ ਦਿੰਦੇ। ਦੂਜੀ ਗੱਲ, ਸਤਿਗੁਰੂ ਕਹਿਣ ਲੱਗੇ ਅਸੀਂ ਉਹਨਾਂ ਦੇ ਅੰਗ ਸੰਗ ਰਹਿੰਦੇ ਆ, ਜਿਹੜੇ ਸਾਡੇ ਤੇ ਭਰੋਸਾ ਕਰਦੇ ਆ। ਜਾਓ ਜਿਵੇਂ ਭੇਜਾਂਗੇ ਉਵੇਂ ਲੈ ਕੇ ਆਵਾਂਗੇ। ਮਹਾਰਾਜ ਨੇ ਪੰਕਤੀ ਪੜ੍ਹੀ ਹੋਏਗੀ, ਤਾਤੀ ਵਾਹ ਨਾ ਲੱਗਈ ਪਾਰ ਬ੍ਰਹਮ ਸਰਣਾਈ, ਤੁਹਾਨੂੰ ਤੱਤੀ ਵਾਹ ਨਹੀਂ ਲੱਗਣ ਦਿਆਂਗੇ। ਇੱਥੋਂ ਤੱਕ ਕਥਾ ਆਪ ਜੀ ਨੇ ਕੱਲ ਸੁਣੀ। ਹੁਣ ਅੱਗੋਂ ਆਪਾਂ ਕਥਾ ਸਰਵਣ ਕਰਨੀ ਹੈ। ਬੜੇ ਹੀ ਪਿਆਰ ਨਾਲ ਸੰਗਤਾਂ ਅੱਗੋਂ ਕਥਾ ਸਰਵਣ ਕਰੋ। ਪਿਆਰ ਨਾਲ ਸਾਰੀ ਸੰਗਤ ਗੱਜ ਕੇ ਕਹੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਫੇਰ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਸਾਹਿਬ ਜੀ। ਜੀ। ਹਾਂਜੀ, ਦੋਹਰਾ ਬੀਤ ਗਈ ਜਬ ਜਾਮਨੀ, ਉਠੈ ਪ੍ਰਾਤ ਕੋ ਪਾਏ। ਉਹ ਰਾਤ ਸਾਧ ਸੰਗਤ ਜੀ ਬਤੀਤ ਹੋ ਗਈ ਜੀ। ਅਗਲਾ ਦਿਨ ਚੜ੍ਹਿਆ, ਸਭ ਫੌਜਾਂ ਅੰਮ੍ਰਿਤ ਵੇਲੇ ਜਾਗੀਆਂ। ਥਾਨਿਓ ਸੋਚ ਇਸ਼ਨਾਨ ਕੋ, ਭਏ ਤਿਆਰ ਤਬ ਆਏ। ਤੇ ਇਸ਼ਨਾਨ ਪਾਨ ਕੀਤਾ ਜੀ ਸਭ ਨੇ ਜੀ। ਤਿਆਰ ਬਰ ਤਿਆਰ ਹੋ ਕੇ ਨੰਦ ਚੰਦ ਜੀ, ਦਇਆ ਰਾਮ ਜੀ ਸਾਰੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਆ ਗਏ ਜੀ। ਹਾਂਜੀ, ਚੌਪਈ ਚਰਨ ਬੰਦਨਾ ਗੁਰ ਕੋ ਕਰਕੇ। ਚੱਲਣ ਲੱਗੇ ਨੇ ਸਾਰਾ ਸਮਾਨ ਲੈ ਕੇ, ਤੇ ਚੱਲਣ ਲੱਗਿਆਂ ਗੁਰੂ ਜੀ ਨੂੰ ਮੱਥਾ ਟੇਕਿਆ ਜੀ, ਨਮਸਕਾਰ ਕੀਤੀ। ਚੇਤਾ ਰੱਖਿਓ ਮੌਤ ਦੇ ਮੂੰਹ ਵਿੱਚ ਚੱਲੇ ਤੇ ਉਹ, ਉੱਥੇ ਤੇ ਸਭ ਦੁਸ਼ਮਣ ਪਹੁੰਚ ਰਹੇ ਆ। ਹਾਂਜੀ, ਸਗਰੀ ਵਸਤੂ ਭਲੇ ਸੁਪਰਕੈ। ਐਨ ਸਭ ਵਸਤੂਆਂ ਸਾਂਭ ਲੀਆਂ ਜੀ ਉਹਨਾਂ ਨੇ, ਇੰਨੀਆਂ ਮਹਿੰਗੀਆਂ ਮਹਿੰਗੀਆਂ ਵਸਤੂਆਂ, ਉਹ ਸਭ ਕੁਝ ਸਾਂਭ ਲਿਆ ਜੀ। ਸੰਗ ਪੰਚ ਸੈਲੇ ਅਸਵਾਰ। 500 ਘੋੜ ਸਵਾਰ ਗੁਰੂ ਜੀ ਨੇ ਭੇਜੇ ਜੀ। ਆਖੋ ਵਾਹਿਗੁਰੂ। ਵਾਹਿਗੁਰੂ 500 ਫੌਜੀ ਨਾਲ ਭੇਜਿਆ, ਸਿੱਖ ਭੇਜੇ ਸਤਿਗੁਰੂ ਜੀ ਨੇ, ਧਾਰੇ ਧਨੁਖ ਬਾਣ ਹਥਿਆਰ। ਜਿਨ੍ਹਾਂ ਨੇ ਸ਼ਸਤਰ ਵੀ ਧਾਰਨ ਕੀਤੇ ਆ, ਧਨੁਸ਼ ਵੀ ਰੱਖੇ ਆ, ਤੀਰ ਵੀ ਰੱਖੇ ਆ, ਤੋਮਰ ਤਰਵਾਰਨ ਕਰ ਧਰ ਕੇ। ਨੇਜੇ, ਤਲਵਾਰਾਂ, ਫਿਰ ਢਾਲਾਂ, ਇਹ ਸਭ ਕੁਝ ਨਾਲ ਲਿਆ ਜੀ ਉਹਨਾਂ ਨੇ। ਪੂਰੀ ਫੌਜ ਹੈ ਨਾ ਜੀ,
ਤਿਆਰ ਬਰ ਤਿਆਰ ਹੋ ਕੇ ਚੱਲੇ। ਗਮਨੇ ਚਪਲ ਤੁਰੰਗਮ ਚਰਕੈ। ਐਨ ਵਧੀਆ ਘੋੜਿਆਂ ਤੇ ਬੈਠ ਕੇ ਉਹ ਫਿਰ ਅੱਗੇ ਨੂੰ ਚਾਲਾ ਪਾਉਂਦੇ ਹਨ। ਸਵਾ ਲੱਖ ਕੋ ਲੈ ਤੰਬੋਲ। 1.25 ਰੁਪਏ ਦਾ ਤੰਬੋਲ ਲੈ ਕੇ ਨਾਲ ਸਾਰੇ ਚੱਲ ਪਏ। ਵਸਤ ਅਜਾਇਬ ਜਿਨ ਬਹੁ ਮੋਲ। ਹੋਰ ਵੀ ਬੜੀਆਂ ਕੀਮਤੀ ਕੀਮਤੀ ਗਹਿਣੇ ਬਸਤਰ ਮਾਇਆ, ਜਿਹੜਾ ਸਾਰਾ ਕੁਝ ਹੀ ਬੜਾ ਮਹਿੰਗਾ ਸੀ, ਉਹ ਸਭ ਕੁਝ ਲੈ ਕੇ ਤੁਰ ਪਏ ਜੀ। ਹਾਂਜੀ, ਸਕਲ ਕਹਾਰਨ ਤੇ ਉਚਵਾਈ। ਕਹਾਰਾਂ ਤੋਂ ਸਮਾਨ ਚੁੱਕਣ ਵਾਲੇ ਜਿਹਨੂੰ ਆਪਾਂ ਕੁਲੀ ਕਹਿੰਦੇ ਆ, ਹਾਂਜੀ, ਕਹਾਰਾਂ ਤੋਂ ਸਭ ਕੁਝ ਚੁਕਵਾਇਆ ਪ੍ਰਸਥਾਨੇ ਸ੍ਰੀ ਨਗਰ ਸਥਾਈ। ਤੇ ਸ਼੍ਰੀਨਗਰ ਵੱਲ ਨੂੰ ਸਾਧ ਸੰਗਤ ਜੀ ਚਾਲਾ ਪਾਇਆ ਜੀ, ਮਹਾਰਾਜ ਦਾ ਨਾਮ ਲੈ ਕੇ। ਮਾਰਗ ਸਕਲ ਉਲੰਘਤ ਗਏ। ਸ਼੍ਰੀਨਗਰ ਦੀ ਹੱਦ ਤੇ ਪਾਉਂਟਾ ਸਾਹਿਬ ਸੀਗਾ ਜੀ, ਕਿੰਨੀ ਕੁ ਦੂਰ ਸੀਗਾ ਜੀ। ਤੇ ਸਹਿਜੇ ਸਹਿਜੇ ਕਰਦਿਆਂ ਕਰਦਿਆਂ ਗੁਰੂ ਕੇ ਸਿੱਖ ਸਗਨ ਲੈ ਕੇ ਸ਼੍ਰੀਨਗਰ ਵਿੱਚ ਪਹੁੰਚ ਗਏ ਹਨ। ਰਾਜਧਾਨੀ ਪੁਨ ਪਹੁੰਚਤ ਭਏ। ਰਾਜਧਾਨੀ ਰਾਜੇ ਫਤਿਹ ਸ਼ਾਹ ਦੀ, ਜਿੱਥੇ ਉਹਦਾ ਰੈਜ਼ੀਡੈਂਸ ਹੈ, ਉੱਥੇ ਪਹੁੰਚ ਗਏ। ਫਤਿਹ ਸ਼ਾਹ ਸੁਣ ਕੇ ਮੈਂ ਪਾਲ। ਹਾਂਜੀ, ਡੇਰੇ ਹੇਤ ਕਹਿਓ ਤਤਕਾਲ। ਜਦੋਂ ਫਤਿਹ ਸ਼ਾਹ ਨੂੰ ਪਤਾ ਲੱਗਾ ਵੀ ਸਤਿਗੁਰੂ ਜੀ ਦੇ ਸਿੱਖ ਆਏ ਹੈ, 500 ਘੋੜਸਵਾਰ ਹੈ, ਉਹਨੇ ਆਪਣੇ ਅੱਗੋਂ ਮੰਤਰੀਆਂ ਨੂੰ ਕਿਹਾ ਵੀ ਭਾਈ ਮਹਾਰਾਜ ਦੀਆਂ ਫੌਜਾਂ ਦਾ ਆਸਣ ਕਰਵਾਓ। ਹਾਂਜੀ, ਪੁਰ ਅੰਤਰ ਇੱਕ ਸਦਨ ਵਿਸਾਲਾ। ਸ਼ਹਿਰ ਦੇ ਵਿੱਚ, ਸ਼੍ਰੀਨਗਰ ਸ਼ਹਿਰ ਦੇ ਵਿੱਚ ਇੱਕ ਬਹੁਤ ਸੋਹਣਾ ਤੇ ਵੱਡਾ ਖੁੱਲਾ ਘਰ ਹੈਗਾ ਸੀਗਾ, ਹਵੇਲੀ ਦੀ। ਤਾਂ ਦੇਹੋ ਡੇਰਾ ਨਿਜ ਘਾਲਾ। ਉੱਥੇ ਇਹਨਾਂ ਦਾ ਆਸਣ ਲਵਾ ਦਿਓ। ਇਹਨਾਂ ਸਾਰਿਆਂ ਦਾ ਆਸਣ ਵੇਖੋ, 500 ਬੰਦੇ ਦਾ ਆਸਣ ਲਵਾਉਣਾ ਜਿੱਥੇ, ਇਹ ਕਿੱਡੀ ਖੁੱਲੀ ਥਾਂ ਹੋਏਗੀ ਦੀ ਉਹ। ਹਾਂਜੀ, ਸਾਦਰ ਜਬ ਸੋ ਥਾਨ ਦਿਖਾਇਓ। ਹਾਂਜੀ, ਕਰ ਵਿਚਾਰ ਆਨੰਦ ਚੰਦ ਅਲਾਇਓ। ਰਾਜੇ ਫਤਿਹ ਸ਼ਾਹ ਦੇ ਵਜ਼ੀਰਾਂ ਨੇ ਭਾਈ ਆਨੰਦ ਚੰਦ ਜੀ ਨੂੰ ਬੜੇ ਸਤਿਕਾਰ ਨਾਲ ਉਹ ਖੁੱਲਾ ਘਰ ਵਿਖਾਇਆ ਜੀ, ਜਿੱਥੇ ਫੌਜਾਂ ਦਾ ਆਸਣ ਲੱਗਣਾ ਸੀ। ਸਤਿਗੁਰ ਕੇ ਸਿੱਖ ਸੰਗ ਹਮਾਰੇ। ਹਾਂਜੀ, ਉਗਰ ਸੁਭਾਵ ਜਿਨੋ ਰਣ ਪਿਆਰੇ। ਤੇ ਆਨੰਦ ਚੰਦ ਜੀ ਨਾ ਹਵੇਲੀ ਵੇਖ ਕੇ, ਆਖੋ ਵਾਹਿਗੁਰੂ, ਵਾਹਿਗੁਰੂ। ਉਸ ਕਹਿਣ ਲੱਗੇ ਵੀ ਮਹਾਰਾਜ ਦੇ ਸਿੱਖ ਨੇ ਨਾ ਜਿਹੜੇ, ਇਹ ਸਾਰੇ ਬੜੇ ਤੇਜ਼ ਸੁਭਾਅ ਦੇ ਨੇ, ਤੇਜ਼ ਸੁਭਾਅ ਦੇ ਆ ਸਾਰੇ, ਇਹਨਾਂ ਨੂੰ ਜੰਗ ਜੁੱਧ ਬੜੀ ਪਿਆਰੀ ਹੈ। ਹਾਂਜੀ, ਅੰਤਰ ਨਗਰ ਹਰਖ ਨਹਿ ਮਾਨੈ ਹੈ। ਤੇ ਜਿਸ ਹਿਸਾਬ ਨਾਲ ਤੁਸੀਂ ਸਾਡੇ ਅੰਦਰ ਸ਼ਹਿਰ ਦੇ ਵਿੱਚ ਆਸਣ ਲਵਾਏ ਆ, ਇਹਨਾਂ ਤੇ ਖੁਸ਼ ਹੀ ਨਹੀਂ ਹੋਣਾ। ਕਈਆਂ ਦਾ ਸੁਭਾਅ ਹੁੰਦਾ ਉਹ ਭੀੜੀ ਥਾਂ ਤੇ ਰਹਿ ਹੀ ਨਹੀਂ ਸਕਦੇ ਜੀ। ਹਾਂਜੀ, ਥਾਨ ਕੁਸ਼ਾਦ ਲੈਨ ਕੋ ਠਾਨ ਹੈ। ਵੀ ਇਹ ਤਾਂ ਖੁੱਲੀ ਥਾਂ ਲੈਣੀ ਚਾਹੁੰਦੇ ਆ, ਖੁੱਲੀ ਡੁੱਲੀ ਥਾਂ ਹੋਣ, ਉੱਥੇ ਘੋੜੇ ਬੰਨਣ, ਆਪਣਾ ਆਨੰਦ ਲੈਣ। ਹਾਂਜੀ, ਡੇਰਾ ਕਰਤ ਪਰਸਪਰ ਲਰਹਿ। ਇਹਨਾਂ ਤੇ ਆਸਣ ਲਾਉਂਦੇ ਆ, ਲੜੀ ਜਾਣਾ ਆਪਸ ਵਿੱਚ ਵੀ ਤੂੰ ਇੱਥੇ ਲਾਉਣਾ, ਨਹੀਂ ਮੈਂ ਇੱਥੇ ਲਾਉਣਾ, ਮੈਂ ਇੱਥੇ ਲਾਉਣਾ ਵਾ, ਤੂੰ ਇੱਥੋਂ ਆਸਣ ਚੁੱਕ। ਆਖੋ ਵਾਹਿਗੁਰੂ। ਉਹ ਤੇ ਜਦੋਂ ਦਲਾਂ ਵਿੱਚ ਕੀ ਹੁੰਦਾ ਜੀ, ਦਲਾਂ ਵਿੱਚ ਦੋ ਨਿਹੰਗ ਲਹੂ ਲੁਹਾਨ ਹੋਏ ਪਏ ਜੀ, ਨਿਹੰਗ ਸਿੰਘ। ਮਹਾਰਾਜ ਨੇ ਸੁਭਾਅ ਦਿੱਤੇ ਹੁੰਦੇ ਨਾ ਖੁੱਲੇ ਡੁੱਲੇ। ਦੋ ਫੌਜਾਂ ਲਹੂ ਲੁਹਾਨ ਹੋਈਆਂ। ਜਥੇਦਾਰ ਜੀ ਨੇ ਪੁੱਛਿਆ ਵੀ ਕੀ ਗੱਲ? ਉਹ ਕਹਿੰਦੇ ਜੀ ਇੱਥੇ ਪਿਛਲੀ ਵਾਰੀ ਮੈਂ ਘੋੜਾ ਬੱਧਿਆ ਸੀ, ਇਹਨੇ ਕਿਉਂ ਬੰਨਿਆ? ਇੰਨੀ ਗੱਲ ਤੋਂ ਹੀ ਲਹੂ ਲੁਹਾਨ ਹੋਏ ਪਏ ਜੀ। ਹਾਂਜੀ, ਉਹ ਹੁਣ ਭਾਈ ਆਨੰਦ ਚੰਦ ਜੀ ਕਹਿੰਦੇ ਵੀ ਇਹ ਮਹਾਰਾਜ ਦੇ ਆਨੰਦ ਵਾਲੀਆਂ ਫੌਜਾਂ ਨੇ, ਖੁੱਲੇ ਪੈਰੇ ਵਾਲੀਆਂ ਫੌਜਾਂ ਨੇ, ਇਹਨਾਂ ਤੰਗ ਜੀ ਥਾਂ ਤੋਂ ਤੇ ਆਸਣਾ ਤੋਂ ਹੀ ਲੜ ਪੈਣਾ ਆਪਸ ਵਿੱਚ। ਹਾਂਜੀ, ਖੜਗ ਪ੍ਰਹਾਰਨ ਤੇ ਨਹਿ ਡਰ ਹੈ। ਇਹ ਇੱਕ ਦੂਜੇ ਨੂੰ ਤਲਵਾਰ ਮਾਰਨ ਤੋਂ ਡਰਦੇ ਥੋੜੀ ਹੈ। ਹਾਂਜੀ, ਪੁਰ ਜਨ ਸੋ ਇਹ ਕਰੇ ਬਖੇਰਾ। ਇਹ ਨਾ ਹੋਵੇ ਆ ਸ਼੍ਰੀਨਗਰ ਦੇ ਲੋਕਾਂ ਨਾਲ ਹੀ ਸਾਡਾ ਇੱਟ ਖੜੀਕਾ ਹੋ ਜੇ, ਉਹਨਾਂ ਨਾਲ ਹੀ ਲੜਾਈ ਚੜਾਈ ਹੋ ਜਾਵੇ। ਹੁਕਮ ਨਾ ਮਾਨਤ ਹੈ ਕਿਸ ਕੇਰਾ। ਭਾਈ ਜਾ ਕੇ ਫਤਿਹ ਸ਼ਾਹ ਰਾਜੇ ਨੂੰ ਕਹਿ ਦਿਓ ਇਹ ਮਹਾਰਾਜ ਦੀਆਂ ਫੌਜਾਂ ਨੇ, ਇਹ ਗੁਰੂ ਸਾਹਿਬ ਤੋਂ ਸਿਵਾ ਹੋਰ ਨਹੀਂ ਕਿਸੇ ਦਾ ਹੁਕਮ ਮੰਨਦੀਆਂ। ਆਖੋ ਵਾਹਿਗੁਰੂ। ਵੇਖੋ ਫੌਜ ਤੇ ਫਿਰ ਫੌਜ ਹੀ ਹੁੰਦੀ ਜੀ, ਉਹਨਾਂ ਆਪਣੇ ਜਰਨਲ ਤੋਂ ਬਗੈਰ ਮੰਨਣਾ ਹੀ ਨਹੀਂ ਕਿਸੇ ਨੂੰ। ਉਹ ਕਹਿੰਦੇ ਦੱਸ ਦਿਓ
ਇਹ ਬਸ ਮਹਾਰਾਜ ਦਾ ਹੀ ਹੁਕਮ ਮੰਨਦੇ, ਹੋਰ ਨਹੀਂ ਕਿਸੇ ਦਾ ਮੰਨਦੇ। ਹਾਂਜੀ। ਇਕ ਗੁਰ ਬਿਨਾ ਨ ਜਾਣਹਿ ਆਨ। ਇੱਕ ਗੁਰੂ ਸਾਹਿਬ ਤੋਂ ਬਗੈਰ ਇਹ ਹੋਰ ਕਿਸੇ ਦੀ ਆਣ ਨਹੀਂ ਮੰਨਦੇ, ਈਨ ਨਹੀਂ ਮੰਨਦੇ। ਲੜਤ ਨ ਧਾਰੈ ਕਿਸ ਕੀ ਕਾਨ। ਹਾਂ, ਇਹ ਫਿਰ ਲੜ ਵੀ ਪੈਂਦੇ ਆ। ਇਹ ਆਣ ਨਹੀਂ ਮੰਨਦੇ, ਈਣ ਨਹੀਂ ਮੰਨਦੇ। ਜਾਂ ਤੇ ਸਿਵਰ ਇਨੋ ਕੋ ਆਛੇ। ਇਸ ਕਰਕੇ ਚੰਗੀ ਗੱਲ ਇਹ ਹੈ ਵਹਿਰ ਕੁਸ਼ਾਦ ਥਾਨ ਮੈਂ ਬਾਛੇ। ਕਿ ਸਾਡੇ ਆਸਣ ਜਿਹੜੇ ਆ ਨਾ, ਮਹਾਰਾਜ ਦੀਆਂ ਫੌਜਾਂ ਦੇ 500 ਘੋੜਸਵਾਰ ਭੇਜਿਆ ਮਹਾਰਾਜ ਨੇ, ਖੁੱਲੀ ਥਾਂ ਤੇ ਬਾਹਰ ਲਵਾਓ। ਹਾਂਜੀ। ਸੋਚ ਇਸ਼ਨਾਨ ਸੁਖੇਨ ਸੁਠਾਨਹਿ। ਵੀ ਜਿਹਦੇ ਨਾਲ ਸੌਖਾ ਹੀ ਸੌਚ ਇਸ਼ਨਾਨ ਕਰਨ। ਹਾਂਜੀ। ਅੰਤਰ ਥਲ ਤੇ ਹਰਖ ਨ ਮਾਨਹਿ। ਤੇ ਅੰਦਰ ਇਸ ਭੀੜੀ ਜੀ ਥਾਂ ਤੇ ਤਾਂ ਉਹਨਾਂ ਖੁਸ਼ ਹੀ ਨਹੀਂ ਹੋਣਾ। ਆਖੋ ਵਾਹਿਗੁਰੂ। ਅਸਲ ਵਿੱਚ ਆਨੰਦ ਚੰਦ ਜੀ ਜਾਣਦੇ ਆ ਵੀ ਸ਼ਹਿਰ ਦੇ ਵਿੱਚ ਹੈ ਜੀ ਥਾਂ, ਤੇ 22 ਧਾਰ ਦੇ ਰਾਜਿਆਂ ਦੇ ਵਿਚਕਾਰ ਆ ਗਏ ਅਸੀਂ। ਤੇ ਇਹ ਤਾਂ ਸਾਰੇ ਪਾਸਿਓਂ ਵਿਚਕਾਰ ਹੋ ਗਏ ਨਾ। ਤੇ ਖੁੱਲੀ ਥਾਂ ਹੋਵੇ, ਉੱਥੇ ਮੋਰਚਾ ਬਣਾਇਆ ਜਾਵੇ, ਉੱਥੇ ਰਿਹਾ ਜਾਵੇ। ਜੇ ਕੋਈ ਰਾਜਾ ਅੜੀ ਤੜੀ ਕਰੇ ਵੀ ਤੇ ਫਿਰ ਉਹਦੇ ਨਾਲ ਲੋਹਾ ਲਿਆ ਜਾਵੇ ਜੀ। ਸ਼ਹਿਰ ਦੇ ਵਿੱਚ ਥੋੜ੍ਹੀ ਇਹ ਕੰਮ ਹੋਣਾ। ਇਸ ਕਰਕੇ ਉਹਨਾਂ ਨੇ ਇਸ ਗੱਲ ਨੂੰ ਮੁੱਖ ਬਣਾਇਆ ਵੀ ਭੀੜੀ ਥਾਂ ਤੇ ਆਸਣ ਨਹੀਂ ਲਾਉਣੇ ਸਿੱਖਾਂ ਨੇ। ਹਾਂਜੀ। ਸਿਵਰ ਕਰਾਵਣ ਹਾਰ ਜਿਆਏ। ਹਾਂਜੀ। ਸੁਣ ਕਰ ਨ੍ਰਿਪ ਕੋ ਜਾਏ ਸੁਣਾਏ। ਉਹਨਾਂ ਨੇ ਫਿਰ ਰਾਜੇ ਨੂੰ ਦੱਸਿਆ ਜੀ ਜਾ ਕੇ, ਫਤਿਹ ਸ਼ਾਹ ਨੂੰ, ਵੀ ਗੁਰੂ ਕੇ ਸਿੱਖ ਕਹਿੰਦੇ ਸਾਨੂੰ ਖੁੱਲੀ ਥਾਂ ਦਿਓ। ਗੁਰ ਦੀਵਾਨ ਉਤਰੈ ਨਹੀਂ ਅੰਤਰ। ਨਹੀਂ, ਮਹਾਰਾਜ ਦਾ ਦੀਵਾਨ ਜਿਹੜਾ ਉਹਨੇ ਉਤਾਰਾ ਨਹੀਂ ਤੇ ਕੀਤਾ। ਹਾਂਜੀ। ਚਾਹਤ ਡੇਰਾ ਵਹਿਰ ਨਿਰੰਤਰ। ਉਹ ਤਾਂ ਬਾਹਰ ਮੰਗਦੇ ਆ, ਖੁੱਲੀ ਥਾਂ ਮੰਗਦੇ ਹਨ। ਫਤਿਹ ਸ਼ਾਹ ਸੁਣ ਕਰ ਪੁਨ ਭਾਖਾ। ਹਾਂਜੀ। ਇਸ ਪ੍ਰਕਾਰ ਕੀ ਜੇ ਅਵਿਲਖ। ਤੇ ਫਤਿਹ ਸ਼ਾਹ ਰਾਜਾ ਆਪਣੇ ਬੰਦਿਆਂ ਨੂੰ ਕਹਿਣ ਲੱਗਾ, ਕੋਈ ਗੱਲ ਨਹੀਂ, ਜੇ ਸਿੱਖ ਭਾਈ ਇਸ ਤਰ੍ਹਾਂ ਦੀ ਇੱਛਾ ਕਰਦੇ ਆ ਤੇ ਹਾਂਜੀ। ਪੰਥ ਪਾਮਟੇ ਪਰ ਉਪਬਨ ਹੈ। ਪੰਥ ਪਾਵਟੇ ਪਰ ਉਪਬਨ ਹੈ। ਵੀ ਜਦੋਂ ਪੌਂਟਾ ਨੂੰ ਜਾਈਏ ਸ਼੍ਰੀਨਗਰ ਤੋਂ, ਤੇ ਥੋੜਾ ਜਿਹਾ ਅੱਗੇ ਜਾ ਕੇ ਇੱਕ ਬਾਗ ਹੈ ਬੜਾ ਵੱਡਾ। ਹਾਂਜੀ। ਤਹਾਂ ਉਤਾਰੋ ਜਿਮ ਸੁਖ ਮਨ ਹੈ। ਤੇ ਉਹ ਬਾਗ ਆਪਣਾ ਹੈ। ਗੁਰਸਿੱਖਾਂ ਨੂੰ, ਗੁਰੂ ਦੀ ਫੌਜ ਨੂੰ, ਸਾਰਿਆਂ ਨੂੰ ਬਾਗ ਵਿੱਚ ਉਤਾਰਾ ਕਰਾ ਦਿਓ। ਅੱਜ ਵੀ ਤੁਸੀਂ ਵੇਖਿਓ ਨਿਹੰਗਾਂ ਸਿੰਘਾਂ ਦੀਆਂ ਜਿਹੜੀਆਂ ਫੌਜਾਂ ਨੇ, ਦਲ ਹੈ, ਉਹ ਬਾਹਰ ਖੁੱਲੀ ਥਾਂ ਤੇ ਹੀ ਉਤਰਦੇ ਆ। ਆਖੋ ਵਾਹਿਗੁਰੂ। ਉਹਨਾਂ ਨੂੰ ਕੋਠੀ ਦੇ ਕੇ ਕਹੋ ਵਿੱਚ ਰਹਿਣਾ, ਉਹ ਨਹੀਂ ਰਹਿੰਦੇ। ਉਹ ਤਾਂ ਬਾਹਰ ਹੀ ਰਹਿੰਦੇ ਨੇ ਸਾਧ ਸੰਗਤ ਜੀ। ਹਾਂਜੀ। ਇਮ ਸੁਨ ਨਰ ਬਹੋਰ ਕਰ ਲਿਆਏ। ਹਾਂਜੀ। ਬਾਗ ਵਿਸ਼ਾਲ ਸਿਵਰ ਕਰਵਾਏ। ਉਹ ਫਿਰ ਮਨੁੱਖ ਗਏ, ਭਾਈ ਦਇਆ ਆਨੰਦ ਚੰਦ ਜੀ ਤੇ ਦਇਆ ਰਾਮ ਜੀ ਨੂੰ ਕਿਹਾ ਵੀ ਫਿਰ ਬਾਹਰ ਆ ਜਾਓ। ਸਾਰੇ ਸਿੱਖ 500 ਗੁਰੂ ਕਾ ਸਿੱਖ ਫੌਜਾਂ ਫਿਰ ਸਾਰੇ ਬਾਰ-ਬਾਰ ਆਏ। ਦਾਵ ਘਾਵ ਆਪਣ ਰਖਸਾਰਾ। ਸਤਿਗੁਰ ਦਲ ਡੇਰੋ ਪਿਖ ਡਾਰਾ। ਬਾਗ ਵੇਖਿਆ ਜੀ, ਤੇ ਆਨੰਦ ਚੰਦ ਮਹਾਰਾਜ ਦੀਆਂ ਫੌਜਾਂ ਦੇ ਜਰਨੈਲ ਨੇ ਜੀ। ਉਹਨਾਂ ਨੇ ਵੇਖਿਆ ਵੀ ਇੱਥੋਂ ਹਮਲਾ ਕਿਹੜੇ ਪਾਸਿਓਂ ਹੋ ਸਕਦਾ, ਕਿਹੜੇ ਪਾਸਿਓਂ ਅਸੀਂ ਬੈਕ ਜਿਹੜਾ ਜਵਾਬੀ ਕਾਰਵਾਈ ਕਰਾਂਗੇ। ਉਹ ਸਾਰਾ ਦਾਬ ਘਾਬ ਵਿਚਾਰ ਕੇ ਤੇ ਡੇਰਾ ਲਾ ਲਿਆ। ਸੰਗਰ ਲਿਓ ਅਧਿਕ ਬੰਦਵਾਏ। ਐ ਬਾਗ ਦੇ ਆਲੇ ਦੁਆਲੇ ਵਾੜ ਕਰਾ ਲਈ ਜੀ ਉਹਨਾਂ ਨੇ। ਹਾਂਜੀ। ਨਿਜ ਤਕਰਾਈ ਭਲੇ ਕਰਾਏ। ਆਪਣੀ ਤਕੜਾਈ ਕੀਤੀ ਜੀ, ਆਪਣਾ ਪਹਿਰਾ ਸਖਤ ਕੀਤਾ। ਇੱਕ ਜਾਮਨ ਕਰ ਬਾਸ ਬਿਤਾਈ। ਇੱਕ ਰਾਤ ਰਹਿ ਕੇ ਉੱਥੇ ਬਤੀਤ ਕੀਤੀ, ਵੇਖਿਆ ਸਾਰਾ ਕੁਛ। ਗਏ ਪ੍ਰਾਤ ਮਿਲ ਵੇ ਗਿਰ ਰਾਈ। ਵੀ ਠੀਕ ਹੈ। ਅਗਲੇ ਦਿਨ ਫਿਰ ਉਹ ਫਤਿਹ ਸ਼ਾਹ ਨੂੰ ਮਿਲਣ ਵਾਸਤੇ ਆਨੰਦ ਚੰਦ ਜੀ ਗਏ ਜੀ। ਗੁਰੂ ਕੀ ਕੁਝ ਫੌਜ ਆਪਣੇ ਨਾਲ ਲੈ ਗਏ। ਤੁਮਕੋ ਖੁਸ਼ੀ ਕਰੀ ਗੁਰ ਪੂਰੇ। ਹਾਂਜੀ। ਦਾਇਜ ਪਠਿਓ ਮੋਲ ਬਹਰੂਰੇ। ਆਖੋ ਸ੍ਰੀ ਵਾਹਿਗੁਰੂ। ਫਤਿਹ ਸ਼ਾਹ ਨੇ ਭਾਈ ਆਨੰਦ ਚੰਦ ਜੀ ਦਾ ਸਤਿਕਾਰ ਕੀਤਾ। ਭਾਈ ਆਨੰਦ ਚੰਦ ਜੀ ਕਹਿੰਦੇ, ਰਾਜਨ, ਤੁਹਾਡੇ ਤੇ ਗਰੀਬ ਨਵਾਜ ਬਾਜਾਂ ਵਾਲੇ ਬੜੇ ਖੁਸ਼ ਨੇ। ਤੁਹਾਡੀ ਬੱਚੀ ਵਾਸਤੇ ਦਾਜ ਵਿੱਚ ਦੇਣ ਵਾਸਤੇ ਬੜੀਆਂ ਹੀ ਕੀਮਤੀ ਵਸਤੂਆਂ ਭੇਜੀਆਂ ਨੇ, ਬੜੀਆਂ ਸੋਹਣੀਆਂ ਵਸਤੂਆਂ ਭੇਜੀਆਂ ਨੇ।
ਆਪਣੋ ਜਾਨ ਦਇਆ ਉਰ ਛਾਈ। ਮਹਾਰਾਜ ਨਾ ਤੁਹਾਨੂੰ ਆਪਣਾ ਸਮਝਦੇ ਹੈ। ਵੇਖੋ ਕਿੰਨੀ ਦਇਆ ਮਹਾਰਾਜ ਦੇ ਮਨ ਵਿੱਚ ਆਈ ਹੈ ਸਦਲ ਭੇਜ ਮੋਹਿ ਹਿਤ ਵਡਿਆਈ। ਵੀ ਤੁਹਾਡੀ ਵਡਿਆਈ ਵਾਸਤੇ ਸਾਨੂੰ ਫੌਜ ਦੇ ਕੇ ਭੇਜਿਆ ਵੀ ਜਾਓ ਕੰਮਕਾਰ ਵਿੱਚ ਮਦਦ ਕਰਾਓ। ਹਾਂਜੀ। ਫਤਿਹ ਸ਼ਾਹ ਕਰ ਜੋਰ ਉਚਾਰਾ। ਫਤਿਹ ਸ਼ਾਹ ਰਾਜਾ ਸੁਣ ਕੇ ਹੱਥ ਜੋੜ ਲਏ ਜੀ ਉਹਨੇ। ਆਪਾਂ ਵੀ ਹੱਥ ਜੋੜੀਏ, ਆਖੋ ਸ੍ਰੀ ਵਾਹਿਗੁਰੂ। ਸ੍ਰੀ ਵਾਹਿਗੁਰੂ। ਫਤਿਹ ਸ਼ਾਹ ਨੇ ਹੱਥ ਜੋੜ ਕੇ ਅੱਗੋਂ ਬੇਨਤੀ ਕੀਤੀ। ਹਮ ਪਰ ਕਰਿਓ ਅਧਿਕ ਉਪਕਾਰਾ। ਕਹਿਣ ਲੱਗਾ ਵੀ ਇਹ ਤੇ ਗੁਰੂ ਸਾਹਿਬ ਨੇ ਸਾਡੇ ਤੇ ਬੜੀ ਕਿਰਪਾ ਕੀਤੀ ਹੈ, ਬੜਾ ਉਪਕਾਰ ਕੀਤਾ ਮਹਾਰਾਜ ਨੇ ਸਾਡੇ ਤੇ। ਸੇਵਕ ਸਦਾ ਗੁਰੂ ਘਰ ਕੇਰੇ। ਵੀ ਅਸੀਂ ਤਾਂ ਭਾਈ ਗੁਰੂ ਘਰ ਦੇ ਸੇਵਾਦਾਰ ਆ। ਹਾਂਜੀ। ਇਤੋ ਸੋ ਜਸ ਚਾਤ ਸੋ ਮੇਰੇ। ਤੇ ਮਹਾਰਾਜ ਵੇਖੋ ਮੇਰਾ ਜਸ ਚਾਹੁੰਦੇ ਆ, ਮੇਰੇ ਵਾਸਤੇ ਇੰਨੀ ਫੌਜ ਭੇਜ ਰਹੇ ਨੇ ਸਤਿਗੁਰੂ ਜੀ। ਹਾਂਜੀ। ਇਤਿਆਦਿਕ ਕਹਿ ਆਪਸ ਮਹੀਆ। ਹਾਂਜੀ। ਆਏ ਸਿਵਰ ਪਰਿਓ ਨਿਜ ਜਹੀਆ। ਇਸ ਤਰੀਕੇ ਨਾਲ ਬਚਨ ਕੀਤਾ ਤੇ ਆਨੰਦ ਚੰਦ ਜੀ ਵਾਪਸ ਬਾਗ ਵਿੱਚ ਆ ਗਏ ਜੀ। ਹਾਂਜੀ। ਨਿਤ ਭੂਪਤ ਸੇਵਾ ਕਰਵਾਵੇ। ਹਰ ਰੋਜ਼ ਰਾਜਾ ਧਿਆਨ ਰੱਖਦਾ ਵੀ ਗੁਰੂ ਕੀਆਂ ਫੌਜਾਂ ਨੂੰ ਕਮੀ ਨਾ ਆਵੇ ਕਿਸੇ ਗੱਲ ਦੀ। ਤ੍ਰਿਣ ਦਾਨਾ ਇਨ ਸਕਲ ਪੁਚਾਵੇ। ਕੀ ਘਾਹ ਦਾਣੇ ਸਾਰਾ ਕੁਝ ਸਾਧ ਸੰਗਤ ਜੀ ਉਹ ਭੇਜਦਾ ਹੈ। ਹਾਂਜੀ। ਇਸ ਪ੍ਰਕਾਰ ਇਤ ਕੋ ਬਿਰਤਾਂਤ। ਹਾਂਜੀ। ਉਤ ਹੀ ਸੁਣੀਏ ਆਏ ਬਰਾਤ। ਹੁਣ ਕਹਿੰਦੇ ਵੀ ਇੱਧਰ ਤੇ ਇਦਾਂ ਹੋ ਗਿਆ, ਗੁਰੂ ਕੇ ਸਿੱਖ ਪਹੁੰਚ ਗਏ, ਫੌਜਾਂ ਪਹੁੰਚ ਗਈਆਂ, ਪੜਾਅ ਲੱਗ ਗਏ, ਸ਼ਗਨ ਵਾਲਾ ਸਮਾਨ ਪਹੁੰਚ ਗਿਆ, ਪਰ ਦਿੱਤਾ ਨਹੀਂ ਅਜੇ। ਦੇਣਾ ਉਦੋਂ ਜਦੋਂ ਸਾਰੇ ਰਾਜੇ ਇਕੱਠੇ ਹੋਣਗੇ। ਹੁਣ ਅੱਗੇ ਸੁਣੋ, ਕਹਿੰਦੇ ਕਿ ਮਹਾਰਾਜ ਸੱਚੇ ਪਾਤਸ਼ਾਹ ਦੀ ਖੇਡ ਕੀ ਵਰਤਦੀ। ਉਧਰੋਂ ਬਰਾਤ ਤੁਰਨੀ ਹੈ, ਬਰਾਤ ਨੇ ਤੁਰਨਾ ਹੈ। ਹਾਂਜੀ। ਭੀਮ ਚੰਦ ਸਭ ਨ੍ਰਿਪਤ ਪਹਾਰੀ। ਹਾਂਜੀ। ਮਿਲਿਓ ਮੇਲ ਜੇ ਕਹਤੇ ਭਾਰੀ। ਭੀਮ ਚੰਦ ਰਾਜੇ ਨੇ ਬੜੇ ਰਾਜੇ ਸੱਦੇ ਹੋਏ ਸੀ ਵੀ ਭਾਈ ਮੇਰੇ ਪੁੱਤਰ ਦਾ ਵਿਆਹ ਹੈ ਤੇ ਤੁਸੀਂ ਬਰਾਤੀ ਬਣ ਕੇ ਨਾਲ ਜਾਣਾ। ਕੁਝ ਰਾਜੇ ਫਤਿਹ ਸ਼ਾਹ ਨੇ ਸੱਦੇ ਸੀ ਵੀ ਤੁਸੀਂ ਮੇਲ ਬਣਨਾ ਵਾ। ਹਾਂਜੀ। ਬਹੁਤਾਰਨ ਕੋ ਮਹਿਪਤ ਆਏ। ਹਾਂਜੀ। ਨਿਜ ਨਿਜ ਦਲ ਸਕੇਲ ਕਰ ਲਿਆਏ। ਬਹੁਤ ਧਾਰਨ ਕੋ ਮਹਿਪਤ ਆਏ। ਬੜੀਆਂ ਧਾਰਾਵਾਂ ਦੇ ਰਾਜੇ ਆਏ ਸਾਧ ਸੰਗਤ ਜੀ, ਤੇ ਇਕੱਲੇ ਨਹੀਂ ਆਏ, ਰਾਜਿਆਂ ਨਾਲ ਰਾਜਿਆਂ ਦੀਆਂ ਫੌਜਾਂ ਵੀ ਆਈਆਂ, ਹਾਥੀ ਘੋੜੇ ਬੜਾ ਕੁਝ ਆਇਆ ਜੀ। ਬਸਤਰ ਸ਼ਸਤਰ ਤੇ ਬਨ ਠਨ ਭਲੇ। ਐ ਬਸਤਰ ਸ਼ਸਤਰ ਪਾਏ ਸਭ ਰਾਜਿਆਂ ਨੇ ਤਿਆਰੀਆਂ ਕੀਤੀਆਂ ਬਰਾਤ ਚੜ੍ਹਨ ਦੀਆਂ ਜੀ। ਆਨ ਆਨ ਚੌ ਦਿਸ਼ਤੇ ਮਿਲੇ। ਤੇ ਸਾਧ ਸੰਗਤ ਜੀ ਚਾਰੇ ਪਾਸਿਓਂ ਲੋਕ ਆ ਕੇ ਭੀਮ ਚੰਦ ਨੂੰ ਵਧਾਈਆਂ ਦਿੰਦੇ। ਤੇ ਬਰਾਤ ਚੜ੍ਹਨ ਵਾਲਾ ਦਿਨ ਜਿਹੜਾ ਉਹ ਆ ਗਿਆ ਜੀ ਛੇਤੀ। ਹੁਣ ਬਰਾਤ ਵੀ ਕਈ ਦਿਨ ਪਹਿਲਾਂ ਤੋਰਨੀ ਸੀ ਨਾ ਜੀ ਉਹਨਾਂ ਨੇ। ਹਾਂਜੀ। ਦਲ ਸਕੇਲ ਬੋ ਸ਼ਗਨ ਮਨਾਏ। ਹਾਂਜੀ। ਗਨ ਨਾਰਨ ਤੇ ਗੀਤ ਗਵਾਏ। ਹਾਂਜੀ। ਵੱਡੀ ਬਰਾਤ ਜੋਰ ਕਰ ਚੜਿਓ। ਹਾਂਜੀ। ਬਾਜੇ ਬੋ ਬਜਾਏ ਮੁੱਦ ਬੜਿਓ। ਤਿਆਰੀ ਕੀਤੀ ਵੀ ਬਰਾਤ ਜਦੋਂ ਚੜ੍ਹਨੀ ਹੈ ਤੇ ਪੂਰੇ ਜ਼ੋਰ ਨਾਲ ਚੜ੍ਹਨੀ ਹੈ। ਬੜੇ ਵਾਜਿਆਂ ਦਾ ਪ੍ਰਬੰਧ ਕੀਤਾ, ਬੜਾ ਆਨੰਦ ਮੰਗਲ ਜਿਹੜਾ ਉਹ ਕਹਿਲੂਰ ਵਿੱਚ ਹੋ ਰਿਹਾ ਸਾਧ ਸੰਗਤ ਦੀ। ਹਾਂਜੀ। ਮੰਗਲ ਕਰਤੇ ਅਨੇਕ ਪ੍ਰਕਾਰਾ। ਹਾਂਜੀ। ਉਲੰਘੇ ਪੰਥ ਬਿਖਮ ਸਮਸਾਰਾ। ਆਖੋ ਸ੍ਰੀ ਵਾਹਿਗੁਰੂ। ਤੇ ਬਰਾਤ ਨੇ ਚਾਲਾ ਪਾਇਆ ਜੀ, ਕੁਝ ਰਸਤਾ ਪਹਾੜਾਂ ਦਾ ਪਾਰ ਕਰਕੇ ਤੇ ਬਰਾਤ ਪੱਧਰੇ ਥਾਂ ਉੱਤੇ ਆਈ ਜੀ। ਹਾਂਜੀ। ਨਿਕਟ ਪਾਂਵ ਟੇਕੇ ਚੱਲ ਗਏ। ਹੁਣ ਚੱਲਦਿਆਂ ਚੱਲਦਿਆਂ ਫਿਰ ਪਹਾੜੀ ਰਸਤਾ ਆ ਗਿਆ ਜੀ। ਕਰਦਿਆਂ ਕਰਦਿਆਂ ਬਰਾਤ ਜਿਹੜੀ ਹੈ ਉਹ ਪੌਂਟਾ ਸਾਹਿਬ ਦੇ ਨੇੜੇ ਆ ਗਈ ਜੀ। ਹਾਂਜੀ। ਕੋਸ ਦੋਏ ਤ੍ਰੈ ਉਤਰਤ ਭਏ। ਤੇ ਪੌਂਟਾ ਸਾਹਿਬ ਪਹੁੰਚਣ ਤੋਂ 2-3 ਕੋ ਪਹਿਲਾਂ ਹੀ ਬਰਾਤ ਪਹਾੜੀ ਰਾਜੇ ਸਭ ਫੌਜਾਂ ਇੱਕ ਪਾਸੇ ਉਤਰ ਗਈਆਂ ਜੀ। ਸੰਧਿਆ ਸਮੇਂ ਟਿਕਿਓ ਜਬ ਡੇਰਾ। ਸ਼ਾਮ ਦਾ ਸਮਾਂ ਸੀ। ਸਾਰੀ ਬਰਾਤ ਜਿਹੜੀ ਹੈ ਮਤਲਬ ਕਈ ਹਜ਼ਾਰ ਦੀ ਗਿਣਤੀ ਸੀ ਜੀ ਉਹ। ਹਾਂਜੀ। ਬਾਤ ਸੁਣੀ ਪ੍ਰਭ ਕੀ ਤਿਸ ਬੇਰਾ। ਆਖੋ ਸ੍ਰੀ ਵਾਹਿਗੁਰੂ।
ਭੀਮ ਚੰਦ ਨੇ ਸੁਣਿਆ ਵੀ ਅੱਗੇ ਪੌਂਟਾ ਨਗਰ ਵਸਾਇਆ ਗੁਰੂ ਗੋਬਿੰਦ ਸਿੰਘ ਜੀ ਨੇ, ਤੇ ਉਹ ਤੇ ਰਸਤੇ ਵਿੱਚ ਹੀ ਬੈਠੇ ਨੇ, ਰਸਤੇ 'ਚ ਬੈਠੇ ਆ। ਹਾਂਜੀ, ਪੰਥ ਪ੍ਰਾਤ ਕੋ ਜਿਸ ਥਲ ਗਵਨੂ, ਵੀ ਕੱਲ ਨੂੰ ਸਵੇਰੇ ਜਿਸ ਰਸਤੇ ਵਿੱਚੋਂ ਅਸੀਂ ਲੰਘਣਾ ਹੈ, ਉਤਰੇ ਤਾਂ ਸਦਲ ਬਲ ਭਵਨੂ, ਉਥੇ ਸਮੇਤ ਫੌਜਾਂ ਦੇ ਬਾਜਾਂ ਵਾਲੇ ਬਹਿ ਗਏ ਆ ਕੇ। ਹਾਂਜੀ, ਸੁਣ ਕਰ ਚਿਤ ਉਪਜੀ ਦੁਚਤਾਈ, ਆਖੋ ਸ੍ਰੀ ਵਾਹਿਗੁਰੂ। ਭੀਮ ਚੰਦ ਨੂੰ ਚਿੰਤਾ ਲੱਗ ਗਈ, ਸੋਚ ਲੱਗ ਗਈ ਕਿਸ ਪ੍ਰਕਾਰ ਹਮ ਉਲੰਘੇ ਜਾਈ, ਵੀ ਅਸੀਂ ਕਿਵੇਂ ਲੰਘਾਂਗੇ, ਇਹ ਤੇ ਰਾਹ ਮੱਲਿਆ ਗਿਆ। ਹਾਂਜੀ, ਹੇਤ ਮੰਤਰ ਕੇ ਸਕਲ ਬੁਲਾਏ, ਭੀਮ ਚੰਦ ਟਿਗ ਗਿਰਪਤ ਆਏ। ਸ਼ਾਮਾਂ ਦਾ ਸਮਾਂ, ਜਿੰਨੇ ਰਾਜੇ ਸੀ ਨਾ ਉਹਦੇ ਨਾਲ, ਉਹਨੇ ਸਾਰਿਆਂ ਨੂੰ ਸੱਦ ਲਿਆ ਜੀ, ਵੀ ਸਲਾਹ ਕਰੀਏ ਜਿਸ ਰਸਤੇ 'ਚੋਂ ਸਵੇਰੇ ਲੰਘਣਾ, ਉੱਥੇ ਗੁਰੂ ਗੋਬਿੰਦ ਸਿੰਘ ਫੌਜਾਂ ਨੂੰ ਲੈ ਕੇ ਬੈਠੇ ਨੇ। ਹਾਂਜੀ, ਇੱਕ ਗੁਲੇਰੀਆ ਨਾਮ ਗੋਪਾਲ, ਇੱਕ ਗੁਲੇਰੀਆ ਰਾਜਾ ਜਿਹਦਾ ਨਾਮ ਗੋਪਾਲ ਸੀ, ਮੰਡੀ ਪਤ ਸੁਕੇਤ ਜਸਵਾਲ, ਉਹ ਮੰਡੀ ਦਾ ਰਾਜਾ ਜੀ। ਜਦੋਂ ਜਾਈਦਾ ਮਣੀਕਰਨ ਸਾਹਿਬ ਨੂੰ, ਮੰਡੀ ਆਉਂਦੀ, ਫਿਰ ਸੁਕੇਤ, ਵਾਹਿਗੁਰੂ ਸੁਕੇਤ ਮੰਡੀ ਦਾ ਰਾਜਾ, ਜਸਵਾਲੀਆ ਰਾਜਾ, ਆਦ ਹੰਡੂਰੀ ਜੇਤਿਕ ਸਾਥ, ਹੋਰ ਹੰਡੂਰੀ ਰਾਜਾ, ਜਿੰਨੇ ਰਾਜੇ ਸਨ ਸਭ ਮਿਲ ਥਿਰੇ ਵਹਿਰ ਗਿਰਨਾਥ, ਉਹ ਸਾਰੇ ਇਕੱਠੇ ਹੋ ਗਏ ਜੀ ਪਹਾੜੀ ਰਾਜੇ ਭੀਮ ਚੰਦ ਦੇ ਕੋਲ। ਸਭ ਕੋ ਕਰ ਆਦਰ ਕਹਿ ਲੂਰੀ, ਭੀਮ ਚੰਦ ਨੇ ਸਾਰਿਆਂ ਦਾ ਸਤਿਕਾਰ ਕੀਤਾ, ਆਪਣੇ ਲਾਗੇ ਬਿਠਾਇਆ, ਬੋਲਿਓ ਇੱਕ ਚਿੰਤਾ ਵੱਧ ਪੂਰੀ, ਕਹਿਣ ਲੱਗਾ ਉਹ ਭਾਈ ਚਿੰਤਾ ਪੈਦਾ ਹੋ ਗਈ ਹੈ, ਮੈਨੂੰ ਤਾਂ ਫਿਕਰ ਲੱਗ ਗਈ। ਕਹਿੰਦਾ ਵੇਖ ਲੋ ਇੰਨਾ ਵੱਡਾ ਰਾਜਾ ਹੈ, ਬਾਜਾਂ ਵਾਲੇ ਰਾਹ 'ਚ ਬੈਠੇ ਡਰ ਰਿਹਾ ਜੇ ਅੱਗੇ ਜਾਣ ਦਾ, ਡਰਦਾ ਜੇ ਮਹਾਰਾਜ ਤੋਂ। ਹਾਂਜੀ, ਸ਼੍ਰੀ ਗੁਰ ਸੰਗ ਵਿਗਾਰ ਹਮਾਰਾ, ਕਹਿੰਦਾ ਵੀ ਮਹਾਰਾਜ ਨਾਲ ਤੇ ਮੇਰਾ ਵਿਗਾੜ ਹੈ, ਮੇਰੀ ਬਣਦੀ ਨਹੀਂ। ਹਾਂਜੀ, ਭਇਓ ਪ੍ਰਥਮ ਰਨ ਕਯੋ ਹੂੰ ਟਾਰਾ, ਪਹਿਲਾਂ ਹੀ ਜੰਗ ਹੁੰਦੀ ਹੁੰਦੀ ਟਲ ਗਈ ਸਾਡੀ, ਵੀ ਜੰਗ ਹੋ ਜਾਣੀ ਸੀ ਪਰ ਟਲ ਗਈ ਹੈ। ਹਾਂਜੀ, ਪੰਥ ਪ੍ਰਾਤ ਕੇ ਮੈਂ ਤਿਨ ਡੇਰਾ, ਹਾਂਜੀ, ਨੇਰ ਭਰੇ ਹੋਏ ਹੈ ਭਟ ਢੇਰਾ, ਤੇ ਹੁਣ ਜਿਸ ਰਸਤਿਓਂ ਸਵੇਰੇ ਲੰਘਣਾ, ਉਹ ਰਸਤਾ ਵਿੱਚ ਮਹਾਰਾਜ ਅੱਗੇ ਬੈਠੇ ਐ, ਤੇ ਉੱਥੇ ਤੇ ਹਮਲਾ ਹੋ ਸਕਦਾ ਸਾਡੇ ਉੱਤੇ। ਉਹਦੀ ਸੋਚ ਹੈ, ਮਹਾਰਾਜ ਥੋੜੀ ਕਿਸੇ ਤੇ ਹਮਲਾ ਕਰਨਗੇ ਜੀ। ਹਾਂਜੀ, ਉਤ ਸਭ ਵਿਆਹ ਜਾਨ ਕਰ ਟਾਰੇ, ਹਾਂਜੀ, ਅਬ ਕੇ ਮੋ ਲੰਘੇ ਦਲ ਬਲ ਭਾਰੇ, ਵੀ ਮੈਂ ਤੇ ਅੱਗੇ ਆਪਣੇ ਪੁੱਤ ਦਾ ਵਿਆਹ ਜਾਣ ਕੇ ਜੰਗ ਛੱਡੀ ਸੀਗੀ, ਪਰ ਹੁਣ ਜੰਗ ਅੱਗੇ ਖਲੋਤੀ ਪਈ ਹੈ, ਹੁਣ ਬਰਾਤ ਕਿਵੇਂ ਲੈ ਕੇ ਚੱਲੀਏ। ਹਾਂਜੀ, ਤਬ ਜਸਵਾਲ ਕੇਸਰੀ ਚੰਦ, ਜਸਵਾਲੀਆ ਰਾਜਾ ਜੀ ਦਾ ਨਾਮ ਕੇਸਰੀ ਚੰਦ ਹੈ ਜੀ। ਹਾਂਜੀ, ਆਦ ਗੁਲੇਰੀ ਅਪਰ ਨਰਿੰਦ, ਹੋਰ ਜਿੰਨੇ ਰਾਜੇ ਹਨ, ਕਹਿਤ ਧੀਰ ਕਿਉ ਚਿੰਤਾ ਠਾਨੀ, ਉਹ ਕਹਿੰਦੇ ਲੈ ਰਾਜਨ ਤੁਸੀਂ ਕਿਉਂ ਚਿੰਤਾ ਕੀਤੀ ਹੈ। ਹਾਂਜੀ, ਕਿਤਕ ਸੈਨ ਗੁਰ ਕੇ ਸੰਗ ਜਾਨੀ, ਗੁਰੂ ਨਾਲ ਕਿੰਨੀ ਕੁ ਫੌਜ ਹੈ ਆਪਾਂ ਅੰਦਾਜ਼ਾ ਲਾ ਲੈਨੇ ਆ। ਹਾਂਜੀ, ਹਮ ਸਗਰੇ ਮਹਿ ਪਤ ਦਲ ਸੰਗ, ਉਹ ਇੱਕ ਨੇ, ਉਹਨਾਂ ਨਾਲ ਫੌਜ ਹੈ, ਅਸੀਂ ਇੰਨੇ ਰਾਜੇ ਆ ਤੁਹਾਡੇ ਨਾਲ। ਕਹਿੰਦਾ ਸਾਡੇ ਨਾਲ ਫੌਜ ਹੈ, ਫਿਰ ਹਰ ਇੱਕ ਰਾਜੇ ਨਾਲ ਉਹਦੀ ਆਪੋ ਆਪਣੀ ਫੌਜ ਹੈ, ਕਿਉ ਕਰ ਟਰੇ ਕਰਨ ਤੇ ਜੰਗ, ਤੇ ਤੁਸੀਂ ਕਿਉਂ ਟਲਦੇ ਹੋ ਜੰਗ ਕਰਨ ਤੋਂ। ਅਲਪ ਚਮੂ ਤੇ ਤਰਾਸ ਨਾ ਮਾਨੈ, ਵੀ ਮਹਾਰਾਜ ਦੀ ਥੋੜੀ ਫੌਜ ਹੋਣੀ ਹੈ, ਸਾਡੀ ਜਿੰਨੀ ਥੋੜੀ ਹੈ, ਤੇ ਡਰਦੇ ਕਿਉਂ ਹੋ। ਨਿਜ ਬਲ ਤੇ ਆ ਗਿਆ ਪ੍ਰਸਥਾਨੈ, ਅਸੀਂ ਆਪਣੀ ਸ਼ਕਤੀ ਨਾਲ ਜਾਵਾਂਗੇ। ਕੇਸਰੀ ਚੰਦ ਕਹਿੰਦਾ, ਕਹਿੰਦਾ ਆਪਣੀ ਸ਼ਕਤੀ ਨਾਲ ਜਾਵਾਂਗੇ ਉੱਥੋਂ ਅੱਗੋਂ ਬਰਾਤ ਲੈ ਕੇ। ਅਬ ਤੁਮ ਪੂਰਬ ਪਠੋ ਵਜੀਰ, ਹਾਂ ਤੁਸੀਂ ਪਹਿਲਾਂ ਵਜ਼ੀਰ ਭੇਜੋ। ਹਾਂਜੀ, ਜਾਣੈ ਭੇਦ ਜਿਤਕ ਭਟ ਭੀਰ, ਉਹ ਭੇਦ ਜਾਣੇ, ਜਾ ਕੇ ਵੇਖੇ ਵੀ ਗੁਰੂ ਜੀ ਕੋਲ ਕਿੰਨੀ ਕੁ ਫੌਜ ਹੈ। ਉਹ ਤੇ ਗੁਰੂ ਜੀ ਨਹੀਂ ਸੀ ਕਹਿੰਦੇ, ਉਹ ਤੇ ਹੋਰ ਹੀ ਨਾਮ ਲੈਂਦੇ ਸੀਗੇ। ਹਾਂਜੀ, ਨਿਜ ਪਰਾਕਰਮ ਕੋ ਪਾਖ ਸੁਣਾਵੇ, ਤੇ ਸਾਡੇ ਬਾਰੇ ਵੀ ਦੱਸੇ ਫਿਰ ਕਿਹੜੇ ਕਿਹੜੇ ਰਾਜੇ ਕੋ ਕਿੰਨੀ ਕਿੰਨੀ ਫੌਜ ਹੈ। ਦਿਓ ਮਗ ਨਤ ਡੇਰਾ ਲੁੱਟ ਜਾਵੇ, ਤੇ ਨਾਲੇ ਆਖੇ ਮਹਾਰਾਜ ਨੂੰ ਵੀ ਰਸਤਾ ਦੇ ਦਿਓ,
ਨਹੀਂ ਤੇ ਤੁਹਾਡਾ ਪੌਂਟਾ ਉਜਾੜ ਦਿਆਂਗੇ, ਸਭ ਕੁਝ ਲੁੱਟ ਪੁੱਟ ਲਵਾਂਗੇ। ਆਖ ਕੇ ਆਵੇ, ਇਹਨੂੰ ਕੀ ਕਹਿੰਦੇ? ਧਮਕੀ ਦੇਣੀ। ਆਖੋ ਵਾਹਿਗੁਰੂ। ਹੈ ਵੇਖੋ ਕਿੱਡੇ ਮੂਰਖ ਹੈਗੇ, ਏਡੇ ਵੱਡੇ ਬਾਜਾਂ ਵਾਲੇ ਸਤਿਗੁਰੂ ਨੂੰ ਧਮਕੀ ਦੇ ਰਹੇ। ਹਾਂਜੀ। ਭੀਮ ਚੰਦ ਸੁਣ ਰਾਜਨ ਬਾਣੀ, ਭੀਮ ਚੰਦ ਨੇ ਜਦੋਂ ਆਪਣੇ ਨਾਲ ਦੇ ਰਾਜਿਆਂ ਦੇ ਮੁਖੋਂ ਇਹ ਗੱਲ ਸੁਣੀ, ਨਿਜ ਉਤ ਸਭ ਲਖ ਤਿਨਹੁ ਬਖਾਨੀ। ਉਹਨੇ ਵੇਖਿਆ ਵੀ ਮੇਰੇ ਪੁੱਤ ਦਾ ਵਿਆਹ ਖਰਾਬ ਕਰਨਾ ਇਹਨਾਂ ਨੇ, ਵੀ ਮੇਰੇ ਤੇ ਬੱਚੇ ਦਾ ਵਿਆਹ ਹੈ। ਹਾਂਜੀ। ਰਣ ਕਰਵੇ ਕੀ ਬਾਤ ਨਾ ਛੀ, ਵੀ ਇਸ ਸਮੇਂ ਤੇ ਜੰਗ ਦਾ ਨਾਮ ਨਹੀਂ ਲੈਣਾ ਚਾਹੀਦਾ। ਹਾਂਜੀ। ਸ਼ਾਦੀ ਸੈਲ ਪਤਨ ਘਰ ਬਾਛੀ, ਵੀ ਸਾਡੇ ਘਰ ਖੁਸ਼ੀ ਦਾ ਸਮਾਂ, ਪੁੱਤ ਮੇਰੇ ਦਾ ਵਿਆਹ, ਮੈਂ ਆਪਣੀ ਨੂੰਹ ਸਹੀ ਸਲਾਮਤ ਆਪਣੇ ਘਰ ਲੈ ਕੇ ਜਾਵਾਂ। ਪਰੇ ਜੰਗ ਹੋਏ ਮਾਰਨ ਮਰਨੋ, ਵੀ ਜੇ ਰਸਤੇ 'ਚ ਹੀ ਜੰਗ ਹੋ ਗਈ ਤੇ ਪਤਾ ਨਹੀਂ ਕਿੰਨੇ ਬਰਾਤੀ ਮਰ ਜਾਣੇ ਆ। ਹਾਂਜੀ। ਭਏ ਸ਼ੋਕ ਆਨੰਦ ਹੋਏ ਹਰਨੋ, ਖੁਸ਼ੀਆਂ ਨੇ ਤੇ ਗਮੀਆਂ ਵਿੱਚ ਬਦਲ ਜਾਣਾ। ਹਾਂਜੀ। ਨਿਸ਼ਚੈ ਲਰਿਓ ਚਾਹੇ ਇੱਕ ਬਾਰੀ, ਲੜਾਂਗੇ ਇੱਕ ਵਾਰੀ ਤੇ ਲੜਾਂਗਾ ਕਹਿੰਦਾ। ਹਾਂਜੀ। ਸੁਤ ਸ਼ਾਦੀ ਤੇ ਲਖੋ ਪਿਸ਼ਾਰੀ, ਪਰ ਅਜੇ ਸਮਾਂ ਨਹੀਂ ਹੈ, ਪੁੱਤਰ ਦਾ ਵਿਆਹ ਟਾਲ ਲਈਏ। ਜਾਂ ਤੇ ਕਰਿਓ ਪ੍ਰਥਮੈ ਟਾਰਾ, ਉਹ ਸਾਰਿਆਂ ਨੂੰ ਕਹਿੰਦਾ ਵੀ ਇਸੇ ਕਰਕੇ ਤੇ ਮੈਂ ਪਹਿਲਾਂ ਜੰਗ ਨਹੀਂ ਸੀ ਕੀਤੀ, ਵੀ ਪਹਿਲਾਂ ਵਿਆਹ ਕਰਨਾ ਹੈ। ਏਵ ਮਤੋ ਉਰ ਜਾਨ ਹਮਾਰਾ, ਹਾਂਜੀ। ਅਬ ਤੋ ਬਿਨੈ ਕਰਨ ਹੀ ਬਨੇ, ਹਾਂਜੀ। ਜਿਸ ਤੇ ਜਾਣੇ ਪ੍ਰੇਮੀ ਸਨੇ। ਉਹ ਕਹਿੰਦਾ ਨਹੀਂ ਨਹੀਂ, ਧਮਕੀ ਨਹੀਂ ਦੇਣੀ, ਬੇਨਤੀ ਕਰੋ ਮਹਾਰਾਜ ਨੂੰ, ਮਹਾਰਾਜ ਨੂੰ ਕਹੋ ਵੀ ਸਾਨੂੰ ਰਾਹ ਦੇ ਦਿਓ, ਸਾਡੇ ਬੱਚੇ ਦੀ ਬਰਾਤ ਹੈ, ਬੇਨਤੀ ਕਰੋ, ਉਹ ਸਾਨੂੰ ਰਸਤਾ ਦੇ ਦੇਣਗੇ। ਅਪਰਥਾਨ ਕੋ ਪੰਥ ਨਾ ਨੇਰੇ, ਵੀ ਹੋਰ ਕੋਈ ਤੇ ਰਸਤਾ ਹੀ ਨਹੀਂ ਹੈਗਾ। ਹਾਂਜੀ। ਜੇ ਕੋ ਅਹ ਪਰਤ ਵੱਡ ਫੇਰੇ, ਹਾਂ ਇੱਕ ਰਸਤਾ ਹੈ, ਪਰ ਉਹ ਬੜਾ ਲੰਮਾ ਚੱਕਰ ਪੈ ਜਾਣਾ। ਕਹਿਣ ਲੱਗਾ ਇਹੋ ਹੀ ਰਸਤਾ ਹੈ ਸਹੀ। ਹਾਂਜੀ। ਤਿਤ ਕੋ ਗਮਨਤ ਸਾਹਾ ਟਰੈ, ਜੇ ਆਪਾਂ ਉਹ ਦੂਜੇ ਰਸਤੇ ਤੋਂ ਗਏ ਨਾ ਤੇ ਵਿਆਹ ਵਾਲਾ ਸਾਹਾ ਟਲ ਜਾਣਾ, ਤਰੀਕ ਵੀ ਲੰਘ ਜਾਣੀ ਹੈ ਤੇ ਫਿਰ ਪਹੁੰਚਣਾ ਹੈ ਆਪਾਂ। ਜੇ ਦੂਜੇ ਰਸਤੇ ਤੋਂ ਜਾਂਦੇ ਹਾਂ, ਪੀਛੇ ਪਹੁੰਚ ਕਹਾਂ ਤਬ ਕਰੈ, ਤੇ ਜਦੋਂ ਤਰੀਕ ਹੀ ਲੰਘ ਗਈ ਤੇ ਫਿਰ ਕੀ ਕਰਾਂਗੇ ਪਹੁੰਚ ਕੇ? ਵੱਡੋ ਬਿਰਸ ਉਤ ਸਭ ਮੈਂ ਪਰਹੀ, ਭਾਜੀ ਇਹ ਤੇ ਇੰਨੇ ਵੱਡੇ ਕੰਮ ਵਿੱਚ ਬੇਰਸੀ ਪੈਦਾ ਹੋ ਗਈ ਹੈ। ਜੇ ਵਿਰੋਧ ਅਬ ਗੁਰ ਸੰਗ ਧਰਹੀ, ਉਹ ਭਾਈ ਗੁਰੂ ਸਾਹਿਬ ਦੇ ਨਾਲ ਜੇ ਵਿਰੋਧ ਕਰਦੇ ਆ ਤੇ ਪਹੁੰਚਿਆ ਹੀ ਨਹੀਂ ਜਾਣਾ ਉੱਥੋਂ ਤੱਕ, ਪਤਾ ਹੈਗਾ। ਹਾਂਜੀ। ਰਾਜ ਘਾਟ ਪਰ ਕੀ ਨਸ ਡੇਰਾ, ਹਾਂਜੀ। ਆਪ ਸੂਰਮਾ ਬਲੀ ਬਡੇਰਾ। ਵਾਹ ਵਾਹ ਵਾਹ, ਆਖੋ ਸ੍ਰੀ ਵਾਹਿਗੁਰੂ। ਭੀਮ ਚੰਦ ਕਹਿੰਦਾ ਤੁਸੀਂ ਗੱਲਾਂ ਕਰਦੇ ਹੋ, ਪਰ ਤੁਹਾਨੂੰ ਵੀ ਪਤਾ ਹੈ ਰਾਜ ਘਾਟ ਤੇ ਸਤਿਗੁਰੂ ਦਾ ਡੇਰਾ ਤੇ ਆਪ ਸੂਰਮਾ ਬਲੀ ਵਡੇਰਾ। ਗੁਰੂ ਜੀ ਆਪ ਵੀ ਬੜੇ ਵੱਡੇ ਸੂਰਮੇ ਨੇ, ਬੜੇ ਵੱਡੇ ਯੋਧੇ ਹੈ। ਹਾਂਜੀ। ਸਭ ਵਿਦ ਕੀ ਹੋਏ ਹੈ ਤਕਰਾਈ, ਤੇ ਉਹਨਾਂ ਨੇ ਤੇ ਪੂਰੀ ਤਕੜਾਈ ਰੱਖੀ ਹੋਣੀ ਅੱਗੇ। ਹਾਂਜੀ। ਬਲ ਤੇ ਕਿਉਂ ਹੂੰ ਦੇਹ ਨ ਜਾਈ, ਜੇ ਅਸੀਂ ਬਲ ਵਰਤਾਂਗੇ ਨਾ, ਤਾਕਤ ਵਰਤਾਂਗੇ, ਉਹਨਾਂ ਤਾਂ ਨਹੀਂ ਆਪਾਂ ਨੂੰ ਪਾਰ ਕਰਨ ਦੇਣਾ ਰਸਤਾ। ਸੁਮਤ ਵਿਚਾਰ ਕਰੋ ਛਲ ਐਸੇ, ਹਾਂਜੀ। ਇਸੀ ਪੰਥ ਮੈਂ ਗਮਨੈ ਜੈਸੇ। ਆਖੋ ਸ੍ਰੀ ਵਾਹਿਗੁਰੂ। ਵਿਚਾਰ ਕੀਤੀ ਕਹਿੰਦੇ ਛਲ ਕਰ ਲੈਨੇ ਮਹਾਰਾਜ ਨਾਲ, ਚੁੱਪ ਕਰਕੇ ਲੰਘਦੇ ਆ। ਹਾਂਜੀ। ਸਾਥ ਸਾਮਤਾ ਨੀਕੀ ਬਾਤ, ਹਾਂਜੀ। ਸੁਖ ਕੋ ਪਹੁੰਚੈ ਸਕਲ ਪਰਾਤ। ਵੀ ਪਹਿਲਾਂ ਪਿਆਰ ਨਾਲ ਗੱਲ ਕਰਕੇ ਬਰਾਤ ਲੰਘ ਜੇਗੀ, ਵਿਆਹ ਹੋ ਜਾਏਗਾ। ਹਾਂਜੀ। ਭੀਮ ਚੰਦ ਤੇ ਸੁਨ ਕਰ ਬਾਨੀ, ਕਰ ਲਗ ਗਰਭ ਨ੍ਰਿਪਤ ਸਭ ਮਾਨੀ। ਆਉਂਦਿਆਂ ਹੋਇਆਂ ਵੇਖ ਲਵਾਂਗੇ। ਆਖੋ ਵਾਹਿਗੁਰੂ। ਬੜੇ ਸ਼ੈਤਾਨ ਨੇ। ਜਦੋਂ ਭੀਮ ਚੰਦ ਕੋਲੋਂ ਗੱਲ ਸੁਣੀ ਤੇ ਬਾਕੀ ਰਾਜਿਆਂ ਨੇ ਚੰਗਾ ਨਹੀਂ ਸਮਝਿਆ, ਉਹਨਾਂ ਦੇ ਡੌਲੇ ਫੜਕਦੇ ਸੀਗੇ। ਹੁਣ ਉਹਨਾਂ ਦੇ ਪੁੱਤ ਦਾ ਥੋੜੀ ਵਿਆਹ ਹੈ, ਜਿਹਦੇ ਪੁੱਤ ਦਾ ਵਿਆਹ ਟੈਨਸ਼ਨ ਤਾਂ ਉਹਨੂੰ ਹੈ। ਹਾਂਜੀ। ਪਠੋ ਵਜੀਰ ਕਰਨ ਕੋ ਬਿਨਤੀ, ਹਾਂਜੀ। ਪੀਛੇ ਲਰੈ ਕੀਨ ਮਿਲ ਗਿਣਤੀ। ਫਿਰ ਸਾਰਿਆਂ ਕਿਹਾ ਚਲੋ ਕੋਈ ਨਹੀਂ, ਹੁਣ ਵਜ਼ੀਰ ਨੂੰ ਭੇਜੋ, ਕੋਈ ਨਹੀਂ
ਸਮਾਂ ਬਣਿਆ ਤੇ ਆਉਂਦਿਆਂ ਜੰਗ ਕਰ ਲਾਂਗੇ, ਰਾਹ ਤੇ ਲਈਏ, ਵਿਆਹ ਤੇ ਕਰ ਦਈਏ। ਹਾਂ, ਚਲਿਓ ਚਹੈ ਸਰ ਬਗਨ ਮਤ ਕੋ। ਕਹਿੰਦੇ ਮੂਰਖ ਸਮਰੱਥ ਸਤਿਗੁਰੂ ਜੀ ਨੂੰ ਛੱਲਣਾ ਚਾਹੁੰਦੇ ਆ। ਮੂਰਖ ਰਾਜੇ ਇੰਨੇ ਵੱਡੇ ਸਤਿਗੁਰੂ ਸਮਰੱਥ ਗੁਰੂ ਜੀ ਨਾਲ ਧੋਖਾ ਕਰਨਾ ਚਾਹੁੰਦੇ ਆ। ਹਾਂਜੀ, ਬਲ ਚਾਤੁਰਤਾ ਲਖ ਨਿਜ ਮਤ ਕੋ। ਆਪਣਾ ਬਲ ਜਾਣਦੇ ਜ਼ਿਆਦਾ, ਬਹੁਤੇ ਹੀ ਵੱਡੇ ਚਲਾਕ ਬਣੇ ਹੋਏ ਆ। ਹਾਂਜੀ, ਭਾਵਹੀਨ ਮਤ ਮੰਦ ਪਹਾਰੀ। ਕਹਿਣ ਲੱਗੇ ਭਾਵਨਾ ਤੋਂ ਹੀਣੇ ਐ, ਸ਼ਰਧਾ ਨਹੀਂ ਰੱਖਦੇ, ਮੂਰਖ ਨੇ ਇਹ ਪਹਾੜੀ ਰਾਜੇ। ਕਿਨੋ ਨਾ ਨੀਕੀ ਹਿਰਦੈ ਵਿਚਾਰੀ। ਹਾਂਜੀ, ਸੁਮਤਵੰਤ ਨਿਜ ਸਚੇ ਬੁਲਾਇਓ। ਹਾਂਜੀ, ਸਾਦਰ ਸਭਨ ਬੀਚ ਬੈਠਾਇਓ। ਫਿਰ ਵਜ਼ੀਰ ਸੱਦਿਆ ਜੀ, ਵਜ਼ੀਰ ਨੂੰ ਸਾਰਿਆਂ ਦੇ ਵਿਚਕਾਰ ਬਿਠਾਇਆ ਜੀ। ਹਾਂਜੀ, ਨਿਜ ਆਛੈ ਸਗਰੋ ਸਮਝਾਵਾ। ਨਹੀਂ ਚਾਹੇ ਹਮ ਸੰਗਰ ਪਾਵਾ। ਆਪਣਾ ਮਤਲਬ ਸਮਝਾਇਆ ਵੀ ਆਪਾਂ ਬਰਾਤ ਲੰਘਾਉਣੀ ਹੈ, ਬਰਾਤ ਲੰਘਾਉਣੀ ਹੈ, ਆਪਾਂ ਅਜੇ ਜੰਗ ਨਹੀਂ ਕਰਨੀ। ਹਾਂਜੀ, ਜਿਉ ਕਿਉ ਕਰ ਮਾਰਗ ਇਹ ਲੈਣਾ। ਹਾਂਜੀ, ਸਾਚ ਝੂਠ ਹਿਤ ਚੱਕੈ ਦੇਣਾ। ਜਾ ਜੋ ਝੂਠ ਸੱਚ ਕਹਿਣਾ ਕਹਿ, ਪਰ ਰਸਤਾ ਖਾਲੀ ਕਰਾ ਦੇ। ਆਖੋ ਵਾਹਿਗੁਰੂ। ਇਹ ਤੇ ਹੁਣ ਉਹਨਾਂ ਦੀਆਂ ਗੱਲਾਂ ਨੇ, ਮਹਾਰਾਜ ਨੇ ਤਾਂ ਕਿਹਾ ਹੀ ਨਹੀਂ ਕੁਝ ਜੀ। ਵੇਖੋ ਨਾ, ਗੁਰੂ ਸਾਹਿਬ ਸੱਚੇ ਪਾਤਸ਼ਾਹ ਉਸੇ ਵਿਆਹ ਵਿੱਚ ਸ਼ਗਨ ਭੇਜ ਰਹੇ ਆ, ਬੜਾ ਕੀਮਤੀ, ਤੇ ਮਹਾਰਾਜ ਬਰਾਤ ਕਿਉਂ ਰੋਕਣਗੇ? ਪਰ ਹੁਣ ਉਹ ਸੋਚ ਰਹੇ ਹਨ, ਪਰ ਉਹਨਾਂ ਨੇ ਇੱਕ ਕੰਮ ਮਾੜਾ ਕੀਤਾ, ਜਿਹੜਾ ਕਹਿੰਦੇ ਆ ਆਉਂਦਿਆਂ ਆਉਂਦਿਆਂ ਹਮਲਾ ਕਰ ਦਾਂਗੇ। ਹਾਂਜੀ, ਬਾਤਨ ਸੋ ਰਿਝਾਏ ਗੁਰ ਲੀਜੈ। ਕਹਿੰਦੇ ਵਜ਼ੀਰ ਜਾ, ਗੱਲਾਂ ਹੀ ਇਹੋ ਜੀਆਂ ਕਰ ਵੀ ਮਹਾਰਾਜ ਰੀਝ ਜਾਣ ਤੇਰੇ ਤੇ। ਇਤ ਕੇ ਬਿਨੈ ਬਾਕ ਕਹਿ ਦੀਜੈ। ਸਾਡੇ ਵੱਲੋਂ ਬੇਨਤੀ ਕਰਦੀ, ਬੇਨਤੀ ਵਾਲੇ ਬਚਨ ਕਰ ਦਈ। ਜੇ ਦਾ ਨਾਏ ਜਗਤ ਮੈਂ ਅਗਰ। ਹਾਂਜੀ, ਬਿਬਸ ਲਖੇ ਕਾਰਜ ਕਛ ਬਿਗਰੇ। ਆਖੋ ਵਾਹਿਗੁਰੂ। ਕਹਿੰਦੇ ਵੀ ਜੇ ਸਿਆਣੇ ਬੰਦੇ ਜਿਹੜੇ ਆ ਨਾ, ਉਹ ਵੇਖਦੇ ਆ ਵੀ ਹੁਣ ਮੁਸ਼ਕਲ ਹੈ, ਤੇ ਉਹ ਫਿਰ ਬੇਨਤੀ ਵੀ ਕਰ ਲੈਂਦੇ ਆ, ਨਿਭ ਜਾਂਦੇ ਆ। ਹਾਂਜੀ, ਅਲਪ ਬਨੈ ਸੁਧਰੈ ਜਿਸ ਰੀਤ। ਹਾਂਜੀ, ਠਾਨੈ ਤਿਮਹੀ ਤੂਰਨ ਨੀਤ। ਕੋਈ ਨਹੀਂ, ਛੋਟੇ ਬਣ ਜਾਂਦੇ ਆ, ਸਾਡਾ ਵਿਆਹ ਤਾਂ ਠੀਕ ਹੋ ਜਾਏਗਾ ਨਾ, ਕਹਿੰਦੇ। ਹਾਂਜੀ, ਕਿਉ ਹੋ ਲਘੂ ਸੋ ਹੋਏ ਨ ਜਾਈ। ਹਾਂਜੀ, ਸਿਆਣੇ ਜਾਣੈ ਤੇ ਅਧਿਕਾਈ। ਕੋਈ ਨਹੀਂ, ਅਸੀਂ ਛੋਟੇ ਨਹੀਂ ਹੋ ਜਾਣਾ ਬੇਨਤੀ ਕਰਨ ਨਾਲ, ਅਸੀਂ ਤੇ ਆਪਣਾ ਕੰਮ ਕੱਢਣਾ। ਹਾਂਜੀ, ਭੀਮ ਚੰਦ ਜਬ ਐਸੇ ਕਹਿਓ। ਹਾਂਜੀ, ਅਪਰ ਨਰਿੰਦਰ ਸੋ ਨਹਿ ਸਹਿਓ। ਆਖੋ ਵਾਹਿਗੁਰੂ। ਭੀਮ ਚੰਦ ਵਜ਼ੀਰ ਨੂੰ ਕਹਿੰਦਾ ਨੀਵੇਂ ਹੋ ਕੇ ਬੇਨਤੀ ਕਰੀ। ਜੇ ਨਿਵਿਆਂ ਗੱਲ ਬਣ ਜੇ ਤੇ ਲੜਾਈ ਕਿਉਂ ਕਰਨੀ ਹੈ? ਤੂੰ ਜੋ ਕਹਿਣਾ ਕਹਿ ਦੀ, ਕੋਈ ਨਹੀਂ, ਸਾਡਾ ਕੁਝ ਨਹੀਂ ਘੱਟ ਚੱਲਾ। ਗੱਲ ਤੇ ਅੱਧੀ ਠੀਕ ਸੀ, ਪਰ ਬਾਕੀ ਰਾਜੇ ਜਿਹੜੇ ਉਹ ਘਮੰਡੀ ਨੇ ਸਾਰੇ, ਬਾਕੀਆਂ ਨੇ ਜਦੋਂ ਗੱਲ ਸੁਣੀ, ਉਹਨਾਂ ਨੂੰ ਭੀਮ ਚੰਦ ਤੇ ਹੀ ਗੁੱਸਾ ਚੜ ਗਿਆ ਵੀ ਇਹ ਕੀ ਕਹਿ ਰਿਹਾ, ਅਸੀਂ ਕਿਉਂ ਨੀਵੇਂ ਹੋਣਾ। ਹਾਂਜੀ, ਕਿਉ ਸਭ ਕੀ ਤੁਮ ਲਗਤਾ ਕਰੋ। ਉਹ ਵਿੱਚੇ ਹੀ ਬੋਲ ਪਏ, ਕਹਿੰਦੇ ਰਾਜਨ ਕਿਉਂ ਸਾਨੂੰ ਛੋਟਿਆਂ ਕਰਦਾ ਸਾਰਿਆਂ ਵਿੱਚ, ਅਸੀਂ ਕਿਉਂ ਨੀਵੇਂ ਹੋਣਾ? ਕਹਿੰਦੇ ਹਾਂਜੀ, ਬੁੱਧ ਬਲ ਦਲ ਕੋ ਧੀਰਗ ਧਰੋ। ਕੀ ਸਾਡੇ 'ਚ ਅਕਲ ਨਹੀਂ ਹੈਗੀ? ਕੀ ਸਾਡੇ ਕੋਲ ਤਾਕਤ ਨਹੀਂ ਹੈਗੀ? ਕੀ ਸਾਡੇ ਕੋਲ ਫੌਜ ਨਹੀਂ ਹੈਗੀ? ਅਸੀਂ ਤਾਂ ਹਰ ਤਰ੍ਹਾਂ ਨਾਲ ਵੱਡੇ ਆ। ਬਸ ਆਹ ਗੱਲ ਮਾਰਦੀ ਬੰਦੇ ਨੂੰ। ਆਖੋ ਵਾਹਿਗੁਰੂ, ਵੀ ਅਸੀਂ ਸਿਆਣੇ ਨਹੀਂ ਹੈਗੇ। ਹਾਂਜੀ, ਸੁਣੋ ਵਜ਼ੀਰ ਆਪਨੋ ਜੋਰ। ਕਹੋ ਸਕਲ ਨ੍ਰਿਪ ਦਲ ਕੋ ਜੋਰ। ਕਹਿੰਦੇ ਵਜ਼ੀਰ, ਉਹ ਰਾਜੇ ਕਹਿੰਦੇ ਤੂੰ ਇੰਜ ਨਹੀਂ ਕਹਿਣਾ, ਤੂੰ ਜਾ ਉੱਥੇ ਤੇ ਗੁਰੂ ਜੀ ਨੂੰ ਸਾਡੇ ਬਾਰੇ ਦੱਸ, ਸਾਰਿਆਂ ਬਾਰੇ। ਹਾਂਜੀ, ਤਜ ਮਗ ਖੋ ਅਬ ਕਰੋ ਕਿਨਾਰਾ। ਤੇ ਸਾਡੇ ਵੱਲੋਂ ਕਹਿ ਦੀ ਵੀ ਰਸਤਾ ਛੱਡ ਕੇ ਪਾਸੇ ਹੋ ਜਾਓ। ਹਾਂਜੀ, ਮਿਲੇ ਸੈਨ ਤਬ ਹੋਏ ਬੇਗਾਰਾ। ਵੀ ਜੇ ਸੈਨਾ ਇੱਧਰੋਂ ਲੰਘੇਗੀ ਤੇ ਤੁਹਾਡੀ ਸੈਨਾ ਬੈਠੀ ਹੋਏਗੀ, ਤੇ ਫਿਰ ਸੈਨਾ ਦੋ ਹੱਥ ਕਰੇਗੀ ਤੁਹਾਡੇ ਨਾਲ, ਸਾਡੀ ਫੌਜ ਦੋ ਹੱਥ ਕਰੇਗੀ, ਵਿਗਾੜ ਪੈਦਾ ਹੋਏਗਾ। ਹਾਂਜੀ, ਅਸਨੇ ਬਨੇ ਜਾਏ ਲੁੱਟ ਡੇਰਾ। ਇਹ ਨਾ ਹੋਏ ਤੁਹਾਡਾ ਡੇਰਾ ਪਾਉਂਟਾ ਉਜਾੜ ਦਈਏ ਅਸੀਂ,
ਵੇ ਜੇ ਤੇ ਭੀਮ ਚੰਦ ਦੀ ਮਰਜ਼ੀ ਅਨੁਸਾਰ ਚੱਲਦੇ ਤੇ ਹੋ ਸਕਦਾ ਹੀ ਕੁਝ ਰਾਹ ਨਿਕਲਦਾ, ਪਰ ਇਹ ਤੇ ਵੱਡੀਆਂ ਵੱਡੀਆਂ ਪਾਉਂਟਾ ਸਾਹਿਬ ਨੂੰ ਉਜਾੜਨ ਤੱਕ ਦੀਆਂ ਧਮਕੀਆਂ ਦੇਣ ਲੱਗ ਪਏ, ਤੇ ਗੱਲ ਕੋਈ ਵੀ ਨਹੀਂ। ਆਖੋ ਵਾਹਿਗੁਰੂ। ਮਹਾਰਾਜ ਨੇ ਤਾਂ ਕਿਹਾ ਹੀ ਨਹੀਂ ਕੁਛ ਜੀ, ਇਹ ਤੇ ਇਹਨਾਂ ਦੇ ਮਨ ਦੇ ਖਿਆਲ ਸੀ ਨਾ। ਹਾਂਜੀ, ਜਾਂ ਤੇ ਸੁਧ ਕਰ ਬੇਮੁਝ ਪ੍ਰੇਰਾ। ਇਸ ਕਰਕੇ ਕਹਿੰਦੇ ਜਾਓ ਮਹਾਰਾਜ ਨੂੰ ਸਾਡੇ ਵੱਲੋਂ ਖਬਰਾਂ ਦੇ ਦੇਵੋ, ਇਤੇ ਆਦਿਕ ਨਿਜ ਓਜ ਜਨਾਵੋ। ਸਾਡੇ ਵੱਲੋਂ ਜਾ ਕੇ ਬਲ ਦੱਸੋ ਵੀ ਅਸੀਂ ਬੜੇ ਤਾਕਤਵਰ ਹਾਂ। ਬੋਬਿਦ ਤੇ ਗੁਰ ਤਰਾਸ ਉਪਾਵੋ। ਇਸ ਹਿਸਾਬ ਨਾਲ ਬਲ ਦੱਸੀ ਵੀ ਮਹਾਰਾਜ ਡਰ ਜਾਣ। ਭੀਮ ਚੰਦ ਸੁਣ ਬੌਰ ਬਖਾਨੀ। ਭੀਮ ਚੰਦ ਫਿਰ ਕਹਿਣ ਲੱਗਾ ਸਾਰੇ ਰਾਜਿਆਂ ਨੂੰ, ਪ੍ਰਥਮ ਕਟਕ ਨਹਿ ਭਾਖੋ ਬਾਨੀ। ਉਹ ਕਹਿੰਦਾ ਨਾ ਓਏ ਨਾ, ਕੌੜੀ ਬੋਲੀ ਨਾ ਬੋਲੋ, ਕਿਉਂ ਕੰਮ ਵਿਗਾੜਦੇ ਹੋ। ਸਹਿਤ ਸ਼ਾਮਤਾ ਜੇ ਮਗ ਦੇਹ। ਉਹ ਜੇ ਸੁਲ੍ਹਾ ਨਾਲ ਮਿੱਠੇ ਬੋਲਾਂ ਨਾਲ ਸਾਨੂੰ ਰਸਤਾ ਮਿਲ ਜਾਵੇ, ਇਸ ਤੇ ਆਛੀ ਬਾਤ ਨਾ ਕਹੇ। ਤੇ ਇਹਦੇ ਤੋਂ ਚੰਗੀ ਹੋਰ ਕਿਹੜੀ ਗੱਲ ਹੈ। ਹਾਂਜੀ, ਜੇ ਨਹਿ ਮਾਨੈ ਪੁਨ ਕਹਿ ਦੀਜੈ। ਹਾਂ ਜੇ ਨਾ ਮੰਨਣ ਫਿਰ ਬਲ ਵੀ ਦੱਸ ਦਿਓ ਆਪਣਾ, ਜਿਉ ਕਿਉ ਛਲ ਬਲ ਕਰ ਮਗ ਲੀਜੈ। ਤੇ ਛਲ ਬਲ ਕਰਕੇ ਰਸਤਾ ਲੈਣਾ, ਆਪਾਂ ਬਰਾਤ ਹੀ ਕੱਢਣੀ ਹੈ। ਹਾਂਜੀ, ਸੁਮਤ ਵਜੀਰ ਜਾਨ ਅਵਿਪਾਰੈ। ਹਾਂ ਵਜ਼ੀਰ ਸਿਆਣਾ ਸੀ, ਨਾਲੇ ਵਜ਼ੀਰ ਭੀਮ ਚੰਦ ਦਾ ਸੀ, ਉਹਨੇ ਭੀਮ ਚੰਦ ਦੀ ਗੱਲ ਕਰਨੀ ਸੀ ਨਾ, ਉਹ ਸਾਰੀ ਗੱਲ ਸਮਝ ਗਿਆ। ਰਣ ਨਾ ਕਰੋ ਸਭ ਕੋ ਸਮਝਾਏ। ਉਹ ਸਾਰਿਆਂ ਨੂੰ ਕਹਿੰਦਾ ਆਰਾਮ ਨਾਲ ਬਰਾਤ ਖੜੋ ਉੱਥੇ, ਕਿਉਂ ਰਸਤੇ 'ਚ ਜੰਗ ਕਰਦੇ ਹੋ। ਆਪ ਚੱਲਣ ਕੋ ਕੀ ਨਸਤਿਆਰੀ। ਹਾਂਜੀ, ਸੰਗ ਸੁਪਟਲੇ ਕੋ ਖੋੜ ਸੋਚਾਰੀ। ਉਹਨੇ ਫਿਰ 20 ਕੁ ਬੰਦੇ ਨਾਲ ਲਏ ਜੀ, ਉਸ ਵਜ਼ੀਰ ਨੇ 20 ਕੁ ਮਨੁੱਖ ਸ਼ਸਤਰਧਾਰੀ ਫੌਜੀ ਆਪਣੇ ਨਾਲ ਲਏ, ਤੇ ਜਿੱਥੇ ਸਤਿਗੁਰਾਂ ਦਾ ਆਸਣ ਹੈ ਉਸ ਪਾਸੇ ਜਾਣ ਦਾ ਤਿਆਰਾ ਕੀਤਾ। ਡੇਰਾ ਕਰ ਮੁਕਾਮ ਤੇ ਸਥਾਨ। ਹਾਂਜੀ, ਇੱਕ ਵਜ਼ੀਰ ਠਾਨਿਓ ਪ੍ਰਸਥਾਨ। ਤੇ ਵਜ਼ੀਰ ਜਿਹੜਾ ਹੈ ਉਹ ਮਹਾਰਾਜ ਬਾਜਾਂ ਵਾਲੇ ਸਤਿਗੁਰਾਂ ਵੱਲ ਚੱਲ ਪਿਆ। ਹੁਣ ਵਜ਼ੀਰ ਅੱਗੋਂ ਕੀ ਕਹਿੰਦਾ, ਗੱਲ ਸਲਾਹ ਦੀ ਹੁੰਦੀ ਹੈ ਕਿ ਜੰਗ ਦੀ ਹੁੰਦੀ ਹੈ। ਮਹਾਰਾਜ ਰਸਤੇ 'ਚ ਬੈਠੇ ਆ, ਬਰਾਤ ਨੇ ਸਾਹਮਣਿਓਂ ਲੰਘਣਾ, ਵੇਖਦੇ ਆ ਕੀ ਬਣਦਾ। ਉਹ ਆਉਂਦੇ ਦਿਨਾਂ ਵਿੱਚ ਆਪਾਂ ਸਰਵਣ ਕਰਾਂਗੇ। ਸਤਿਗੁਰੂ ਜੀ ਕਿਰਪਾ ਕਰਨ, ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਿਸ਼ ਕਰਨੀ। ਜਪੋ ਪ੍ਰੇਮ ਨਾਲ ਵਾਹਿਗੁਰੂ ਵਾਹਿਗੁਰੂ। 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 ਸਤਿਗੁਰੂ ਜੀ ਕਿਰਪਾ ਕਰਨ, ਭੁੱਲਾਂ ਦੀ ਮਾਫੀ ਬਖਸ਼ਿਸ਼ ਕਰਨੀ ਜੀ।
ਅਗਲੇਰਾ ਪ੍ਰਸੰਗ ਕੱਲ ਸ਼ਾਮ ਦੇ ਦੀਵਾਨਾਂ ਵਿੱਚ ਆਪਾਂ ਸਰਵਣ ਕਰਾਂਗੇ। ਸਰਬੱਤ ਸੰਗਤਾਂ ਭੁੱਲਾਂ ਦੀ ਮਾਫੀ ਬਖਸ਼ਿਸ਼ ਕਰਦੇ ਹੋਏ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।